ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਵੈਲਕਮ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਪੰਜਾਬੀ ਦੀ ਬੋਲੀ ਆ, ਕਿੱਕਰਾਂ ਵੀ ਲੰਘ ਆਈ, ਬੇਰੀਆਂ ਵੀ ਲੰਘ ਆਈ, ਲੰਘਣੋਂ ਰਹਿ ਗਏ ਸਕਵੇ। ਅੱਗੇ ਹੁਣ ਤੁਸੀਂ ਆਪ ਪੂਰੀ ਕਰ ਲਿਓ। ਮੈਂ ਇੱਕ ਸੀਨ ਦੇਖ ਰਿਹਾ, ਇੱਕ ਮੰਚ ਸੱਜਿਆ ਹੋਇਆ ਤੇ ਪਰਦਾ ਗਿਰਨ ਤੋਂ ਪਹਿਲਾਂ ਦਾ ਮੰਜ਼ਰ ਹੈ। ਉਹੀ ਮੰਜ਼ਰ ਜਿਹੜਾ ਕੱਲ ਸ਼ਾਮ ਨੂੰ ਭੜਥੂ ਪਾ ਕੇ ਗਿਆ। ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਮੀਟਿੰਗ ਪ੍ਰਸਤਾਵਿਤ ਸੀ ਨਸ਼ਿਆਂ ਨੂੰ ਲੈ ਕੇ, ਲੇਕਿਨ ਉਸ ਮੀਟਿੰਗ ਤੋਂ ਪਹਿਲਾਂ ਇੱਕ ਵੱਡੇ ਪੁਲਿਸ ਅਫਸਰ ਆਪਣੀ ਛੁੱਟੀ ਭੇਜ ਕੇ ਆਉਣ ਤੋਂ ਅਸਮਰਥਾ ਜ਼ਾਹਰ ਕਰ ਦਿੰਦੇ ਆ ਤੇ ਸਿਆਸੀ ਹਲਕਿਆਂ 'ਚ ਹੜਕੰਪ ਮੱਚ ਜਾਂਦਾ ਹੈ। ਕਈ ਵੱਡੇ ਸਿਆਸੀ ਘਰਾਣਿਆਂ ਦੇ ਵਿੱਚ ਗਹਿਮਾ ਗਹਿਮੀ ਸ਼ੁਰੂ ਹੋ ਜਾਂਦੀ, ਮੀਟਿੰਗਸ ਦੇ ਦੌਰ ਚੱਲਣ ਲੱਗ ਪੈਂਦੇ ਆ, ਖਬਰ ਨਸ਼ਰ ਹੁੰਦੀ ਆ, ਰੌਲਾ ਪੈਂਦਾ ਰਹਿੰਦਾ। ਗ੍ਰਹਿ ਮੰਤਰੀ ਕਹਿੰਦੇ ਕਿਸੇ ਅਫਸਰ ਦੇ ਛੁੱਟੀ ਜਾਣ ਨਾਲ ਬਹੁਤਾ ਫਰਕ ਨਹੀਂ ਪੈਂਦਾ, ਜੇ ਕਾਰਵਾਈ ਕਰਨੀ ਹੋਈ ਇੱਕ ਸਧਾਰਨ ਜਿਹਾ ਅਫਸਰ ਵੀ ਕਰ ਦੂ। ਵੱਡਾ ਸਵਾਲ ਆ ਕਿ ਕਾਰਵਾਈ ਹੋ ਕਿਹਦੇ ਖਿਲਾਫ ਰਹੀ ਆ, ਕਿਹਨੂੰ ਹੱਥ ਪਾਉਣ ਦੀ ਤਿਆਰੀ ਆ। ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਤੇਜ਼ੀ ਨਾਲ ਅੱਗੇ ਵਧ ਰਹੀ ਆ ਕਿ ਅੱਜ ਦਾ ਦਿਨ ਬੜਾ ਖਾਸ ਹੋ ਸਕਦਾ ਹੈ, ਸਿਆਸੀ ਉਥਲ ਪੁਥਲ ਰਹਿ ਸਕਦੀ ਹੈ। ਲੇਕਿਨ ਇਸੇ ਸਮੇਂ ਮੈਨੂੰ ਉਹ ਸੀਨ ਯਾਦ ਆਉਂਦਾ ਜਦੋਂ ਬਾਲਮਨ ਦੇ ਸਾਹਮਣੇ ਇੱਕ ਦ੍ਰਿਸ਼ ਵਿੱਚ ਪਰਦਾ ਡਿੱਗਣ ਤੋਂ ਪਹਿਲਾਂ ਦੀ ਕਵਾਇਦ ਹੁੰਦੀ ਹੈ। ਇੱਕ ਜਾਦੂਗਰ ਸਾਹਮਣੇ ਇੱਕ ਵਿਅਕਤੀ ਨੂੰ ਲੰਮਾ ਪਾ ਕੇ ਉਹਨੂੰ ਕੱਟਣ ਦੀ ਕਵਾਇਦ ਕਰਦਾ ਹੈ ਤੇ ਸਾਹਮਣੇ ਸਿਵਿਆਂ ਦੀ ਚੁੱਪ ਵਰਗੀ ਚੁੱਪ ਹੁੰਦੀ ਆ। ਫਿਰ ਉਹ ਉਸ ਵਿਅਕਤੀ ਨੂੰ ਜਾਦੂ ਨਾਲ ਦੋ ਹਿੱਸਿਆਂ 'ਚ ਵੰਡ ਦਿੰਦਾ, ਤਾੜੀ ਵੱਜਦੀ ਰਹਿੰਦੀ ਆ, ਲੇਕਿਨ ਉਹ ਜਾਦੂਗਰ ਵੀ ਪੈਸੇ ਜੇਬ 'ਚ ਪਾ ਕੇ ਤੁਰਦਾ ਬਣਦਾ ਹੈ। ਉਹ ਕਲਾਕਾਰ ਜਿਹਨੂੰ ਕੱਟਿਆ ਜਾਂਦਾ ਉਹ ਵੀ ਚਲੇ ਜਾਂਦਾ ਹੈ ਤੇ ਪਿੱਛੇ ਸਿਰਫ ਤੇ ਸਿਰਫ ਉਹ ਭਰਮ ਸਿਰਜੇ ਰਹਿ ਜਾਂਦੇ ਆ। ਪੰਜਾਬ ਦੇ ਵਿੱਚ ਬਦਲਾਖੋਰੀ ਦੀ ਸਿਆਸਤ ਰੌਲਾ ਬਹੁਤ ਆ। ਇਹੀ ਸਿਆਸਤ ਵੱਡੇ ਲੋਕਾਂ ਨੂੰ ਬਹੁਤਾ ਫਰਕ ਨਹੀਂ ਪਾਉਂਦੀ ਹੋਊਗੀ, ਪਰ ਥੱਲੇ ਇਹਨੇ ਘਰਾਂ ਦੇ ਘਰ ਪੱਟ ਸੁੱਟੇ, ਭਰਾਵਾਂ ਨਾਲ ਭਰਾ ਲੜਾਤੇ, ਸ਼ਰੀਕੇ ਪਵਾਤੇ, ਕਚਹਿਰੀਆਂ ਦੇ ਵਿੱਚ ਵੱਖਰੇ ਵੱਖਰੇ ਬੈਂਚਾਂ ਤੇ ਇੱਕ ਦੂਜੇ ਨੂੰ ਬੈਠੇ ਘੂਰਦੇ ਰਹਿੰਦੇ ਆ। ਹੋਰ ਖਬਰਾਂ ਨੇ, ਪੰਜਾਬ ਵੱਲੋਂ ਕੇਂਦਰ ਦੇ ਖਿਲਾਫ ਸੁਪਰੀਮ ਕੋਰਟ 'ਚ ਦਸਤਕ ਦਿੱਤੀ ਗਈ ਹੈ। ਕੇਂਦਰ ਨੂੰ ਨੋਟਿਸ ਹੋਇਆ ਕਿ 15 ਕਿਲੋਮੀਟਰ ਤੋਂ 50 ਕਿਲੋਮੀਟਰ BSF ਦਾ ਦਾਇਰਾ ਵਧਾਉਣ ਦੀ ਤੁਕ ਕੀ ਆ। ਇਸੇ ਹੀ ਸੰਦਰਭ ਦੇ ਵਿੱਚ ਨਵਜੋਤ ਸਿੰਘ ਸਿੱਧੂ, ਪੁਰਾਣੇ ਦਿਨਾਂ ਨੂੰ ਯਾਦ ਕਰੋ, ਇੱਕ ਦਿਨ ਕਾਦੀਆਂ 'ਚ ਗਏ ਸੀ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਦੇ ਹੱਕ 'ਚ, ਤੇ ਦੂਜੇ ਦਿਨ ਬਾਜਵਾ ਸਾਹਿਬ ਨੇ ਆਪਣੀ ਗੱਡੀ ਕਾਦੀਆਂ ਨੂੰ ਮੋੜ ਕੇ ਡੇਰੇ ਉੱਥੇ ਲਾ ਲਏ। ਹੁਣ ਉਹ ਬਾਬਾ ਬਕਾਲਾ 'ਚ ਗਏ ਨੇ ਜਸਬੀਰ ਸਿੰਘ ਡਿੰਪਾ, ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੇ ਨਾਲ, ਜਿੱਥੋਂ ਸਿਟਿੰਗ MLA ਕੋਈ ਹੋਰ ਆ, ਲੇਕਿਨ ਇੱਕ ਸਾਬਕਾ MLA ਦੇ ਪੁੱਤਰ ਦੇ ਹੱਕ ਦੇ ਵਿੱਚ ਉਹਨਾਂ ਡੰਕਾ ਵਜਾਤਾ। ਹੁਣ ਇਹੀ ਸਾਰੇ ਦੇ ਸਾਰੇ ਬਾਗੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਲੱਭਦੇ ਫਿਰਦੇ ਆ, ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣੀਆਂ ਜਾਂ ਜਿਹੜੇ ਸਿਟਿੰਗ ਵੀ ਰਹਿ ਜਾਣੇ ਆ, ਉਹ ਕਾਂਗਰਸ ਦੇ ਗਲੇ ਦੀ ਹੱਡੀ ਬਣਨਗੇ। ਹੁਣ ਇਹ ਮੰਜ਼ਰ ਜਿਹੜੇ ਸਿਰਜੇ ਜਾ ਰਹੇ ਆ, ਜਿਹੜੇ ਸੀਨ ਆਪਾਂ ਗੱਲ ਕਰ ਰਹੇ ਆ, ਉਹਨਾਂ ਦੇ ਕਿੰਨੇ ਵੱਡੇ ਫਾਇਦੇ ਤੇ ਉਹਨਾਂ ਤੋਂ ਬਾਅਦ ਇਹਨਾਂ ਚੀਜ਼ਾਂ ਦੇ ਕਿੰਨੇ ਨੁਕਸਾਨ ਇਹ ਸਿਆਸਤ ਨੂੰ ਸੋਹਣਾ ਕਰਨਗੇ। ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਪੰਜਾਬ 'ਚ ਜੜ੍ਹਾਂ ਲਾਵੇ। ਵੱਡੇ ਲੀਡਰ ਮਨਾਕਸ਼ੀ ਲੇਖੀ ਵਰਗੇ ਇੱਥੇ ਬੈਠੇ ਹੋਏ ਆ, ਲੇਕਿਨ ਨਾਲ ਦੀ ਨਾਲ ਉਹ ਇੱਕ ਵੱਡਾ ਇਸ਼ਤਿਹਾਰ ਜਿਹੜੀਆਂ ਨੈਸ਼ਨਲ ਤੇ ਪੰਜਾਬ ਦੀਆਂ ਅਖਬਾਰਾਂ 'ਚ ਦਿੰਦੇ ਆ ਕਿ ਸਾਡੇ ਸਰੋਕਾਰ ਸਿੱਖਾਂ ਨਾਲ ਜੁੜੇ ਆ ਔਰ ਸਿੱਖਾਂ ਦੇ ਸਰੋਕਾਰਾਂ ਨੂੰ ਅਸੀਂ ਐਡਰੈਸ ਕੀਤਾ। ਇੱਕ ਵੱਡੇ ਇਸ਼ਤਿਹਾਰ ਦੇ ਵਿੱਚ ਉਹ ਸਭ ਗੱਲਾਂ ਗਣਾਈਆਂ ਗਈਆਂ ਨੇ, ਕੀਤੀਆਂ ਵੀ ਨੇ। ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਅੱਗੇ ਸਾਨੂੰ ਨੈਗੇਟਿਵਿਟੀ ਨਹੀਂ ਦਿਖਾਉਣੀ ਚਾਹੀਦੀ, ਪਰ ਨਾਲ ਦੀ ਨਾਲ ਕੁਝ ਹੋਰ ਖਬਰਾਂ, ਉਹਨਾਂ ਖਬਰਾਂ ਜਿਨ੍ਹਾਂ ਦੇ ਵਿੱਚ ਉਗਰਾਹਾਂ ਸਾਹਿਬ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੇਖਣ ਡਏ ਆ, ਵੇਖਦੇ ਆ ਕਿੰਨੇ ਦਿਨ ਫਿਰ ਦੱਸਦੇ ਆ ਪਤਾ, ਕਿਉਂਕਿ ਬਾਬਿਆਂ ਨੂੰ ਹੁਣ ਉੱਥੇ ਲੜਨ ਦੀ ਆਦਤ ਪੈ ਗਈ ਆ ਤੇ ਘਰ ਹੁਣ ਇਹਨਾਂ ਨੂੰ ਸੁਖਾਵੇਂ ਨਹੀਂ ਲੱਗਣੇ ਤੇ ਪੰਜਾਬ ਸਰਕਾਰ ਤਿਆਰ ਰਹਿ ਜੇ। ਇੰਨੇ ਕੁ ਪੈਸੇ ਹੈਗੇ ਕੋਲ ਕਿ ਖਰਚੇ ਕੱਢ ਕੇ ਕਿਸਾਨਾਂ ਦਾ ਕਰਜ਼ ਮਾਫ ਇਲੈਕਸ਼ਨ ਤੋਂ ਪਹਿਲਾਂ ਕਰ ਜਾਣ, ਤੇ ਜਾਂ ਫਿਰ ਕਰ ਵੀ ਜਾਣਗੇ ਤੇ ਕੀਮਤਾਂ ਮੁੜ ਕੇ ਕਿਹਨੇ ਮੁੜਨਾ ਹੈ ਦੇਖੀ ਜਾਊ, ਕਿਹੜੇ ਭਾਅ ਵਿਕਦੀ ਆ। ਲੇਕਿਨ ਇਹੀ ਗੱਲ ਬਿਜਲੀ ਨਿਗਮ ਤੇ ਲਾਗੂ ਹੁੰਦੀ ਆ। ਵੱਡੇ ਘਾਟੇ ਵੱਡੇ ਐਲਾਨਾਂ ਦੇ ਨਾਲ ਆਏ ਨੇ। ਰੰਧਾਵਾ ਜੀ ਦੇਖੋ, ਬਹੁਤ ਮੰਦਭਾਗੀ ਗੱਲ ਆ ਕਿ ਸਾਡੀ ਜਿਹੜੀ ਬਿਊਰੋਕ੍ਰੇਸੀ ਆ, ਉਹ ਚਾਹੇ ਸਿਵਲ ਦੀ ਹੋਵੇ ਚਾਹੇ ਉਹ ਪੁਲਿਸ ਦੀ ਹੋਵੇ। ਮੈਂ ਗੱਲ ਖਾਸ ਤੌਰ ਤੇ IPS, IAS, IRS ਜਿਹੜੇ ਤਮਾਮ UPSC ਤੋਂ ਆਉਂਦੇ ਆ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੋਂ ਆਉਂਦੇ ਆ, ਇਹਨਾਂ ਦੀ ਬਹੁਤ ਸਿਆਸੀਕਰਨ ਹੋ ਗਿਆ। ਰਾਜਨੀਤਿਕ ਪਾਰਟੀਆਂ ਦਾ ਸਿਆਸੀਕਰਨ ਤਾਂ ਚਲੋ ਹੈ, ਕਿਉਂਕਿ ਹੈ ਹੀ ਸਿਆਸਤ ਕਰਦੀਆਂ, ਲੇਕਿਨ ਜਦੋਂ ਅਫਸਰਾਂ ਦਾ ਸਿਆਸੀਕਰਨ ਹੋ ਜਾਏ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਜਿਹੜਾ ਐਗਜ਼ੈਕਟਿਵ ਨੇ ਕੰਮ ਕਰਨਾ ਹੁੰਦਾ ਉਹ ਸਿਆਸਤ ਤੋਂ ਪ੍ਰਭਾਵਿਤ ਹੋ ਜਾਂਦਾ। ਇਹਨਾਂ ਨੂੰ ਇਹ ਸਾਰੇ ਸੰਵਿਧਾਨ ਦੀ ਸਹੁੰ ਚੁੱਕ ਕੇ ਆਉਂਦੇ ਆ
ਔਰ ਇਹਨਾਂ ਨੂੰ ਸਮਰਪਿਤ ਵੀ ਸੰਵਿਧਾਨ ਤੇ ਕਨਸਟੀਟਿਊਸ਼ਨ ਦੇ ਨਾਲ ਰਹਿਣਾ ਚਾਹੀਦਾ। ਲੇਕਿਨ ਜੀ ਹੁੰਦਾ ਕੀ ਆ, ਇਹ ਖਾਸ ਪੋਸਟਿੰਗਸ ਲੈਣ ਲਈ, ਨਿਯੁਕਤੀਆਂ ਕਰਨ ਲਈ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਬਹੁਤ ਅਹਿਮ ਅਹੁਦੇ ਲੈਣ ਲਈ ਇਹ ਚਾਪਲੂਸੀ ਕਰਨ ਲੱਗ ਜਾਂਦੇ ਆ ਉਹਨਾਂ ਪਾਰਟੀਆਂ ਦੇ ਜਿਹੜੀਆਂ ਸੱਤਾ 'ਚ ਹੁੰਦੀਆਂ। ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ, ਜਿਹੜੀ ਤੁਸੀਂ ਅੱਜ ਗੱਲ ਕੀਤੀ ਆ, ਉਹ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਸਤੀਸ਼ ਕੁਮਾਰ ਅਸਥਾਨਾ ਦੀ ਤੁਸੀਂ ਗੱਲ ਕਰ ਰਹੇ ਹੋ। ਮੀਟਿੰਗ ਸੱਦ ਲਈ ਗਈ, ਮੀਟਿੰਗ ਦੇ ਵਿੱਚ ਉਹ ਪਹੁੰਚੇ ਨਹੀਂ ਤੇ ਬਾਅਦ ਦੇ ਵਿੱਚ ਉਹਨਾਂ ਦੀ ਚਿੱਠੀ ਆ ਜਾਂਦੀ, ਜਿਹੜੀ ਤੁਸੀਂ ਜ਼ਿਕਰ ਕੀਤੀ ਹੈ ਕਿ ਮੇਰੀ ਤਬੀਅਤ ਨਾਸਾਜ਼ ਆ, ਇਸ ਕਰਕੇ ਮੈਨੂੰ 2 ਦਿਨ ਦੀ ਛੁੱਟੀ ਦਿਓ, ਉਸ ਤੋਂ ਬਾਅਦ ਮੈਂ ਦੇਖੂੰਗਾ। 9:30 ਵਜੇ ਇਹ ਮੁੱਖ ਮੰਤਰੀ ਖੁਦ ਮੀਟਿੰਗ ਲੈਣ ਲੱਗੇ ਸੀ ਤੇ ਉਹਦੇ ਵਿੱਚ ਉਹ ਨਹੀਂ ਪਹੁੰਚੇ। ਉਹਨਾਂ ਦੇ ਨਾਲ ਪਹੁੰਚਣ ਦੇ ਨਾਲ ਲਗਭਗ ਜਿਹੜੀ ਇਹਨਾਂ ਦੀ ਇੱਕ ਕਵਾਇਦ ਸੀ, ਜਿਹੜੀ ਇਹ ਕੋਸ਼ਿਸ਼ ਸੀ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਇਸ ਡਰੱਗ ਦੇ ਮਾਮਲੇ ਨੂੰ ਅੱਗੇ ਲੈ ਕੇ ਜਾਈਏ, ਮੈਨੂੰ ਲੱਗਦਾ ਉਸ ਉੱਤੇ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਲੱਗ ਗਿਆ। ਹੁਣ ਸਵਾਲੀਆ ਨਿਸ਼ਾਨ ਉੱਤੇ ਖੜੇ ਹੋ ਗਏ ਆ। ਵੈਸੇ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਸਤੀਸ਼ ਕੁਮਾਰ ਅਸਥਾਨਾ ਨੇ, ਥੋੜਾ ਜਿਹਾ ਆਪਾਂ ਪਿੱਛੇ ਜਾਈਏ, ਮੈਂ ਸਿਆਸੀਕਰਨ ਦੀ ਗੱਲ ਕਿਉਂ ਕਰ ਰਿਹਾ ਜੀ। ਇਹ ਕਪੂਰਥਲੇ ਦੇ ਐਸਐਸਪੀ ਰਹੇ, ਉਸ ਤੋਂ ਬਾਅਦ ਜਲੰਧਰ ਦੇ ਐਸਐਸਪੀ ਰਹੇ, ਬਰਨਾਲੇ ਦੇ ਐਸਐਸਪੀ ਰਹੇ, ਪਟਿਆਲੇ ਦੇ ਐਸਐਸਪੀ ਰਹੇ, ਪਟਿਆਲੇ ਦੇ ਇਹ ਡੀਆਈਜੀ ਰੇਂਜ ਵੀ ਰਹੇ, ਤੇ ਜਦੋਂ ਇਹ ਆਈਜੀ ਸੀ ਸੰਨ 2012 ਦੇ ਵਿੱਚ ਇੱਕ ਪੀਆਈਐਲ ਜਿਹੜੀ ਆ ਇਹਨਾਂ ਉੱਤੇ ਪੈ ਗਈ ਕਿ ਇਹਨਾਂ ਨੇ 31 ਬੰਦੇ 31 ਇਹੋ ਜਿਹੇ ਰੱਖੇ ਹੋਏ ਆ, ਪੁਲਿਸ ਮੁਲਾਜ਼ਮ, ਕਾਂਸਟੇਬਲ ਰੱਖੇ ਆ, ਹੈੱਡ ਕਾਂਸਟੇਬਲ ਰੱਖੇ ਆ, ਜਿਨ੍ਹਾਂ ਨੂੰ ਇਹ ਨੌਕਰਾਂ ਦੀ ਤਰ੍ਹਾਂ ਵਰਤਦੇ ਆ। ਦਿਨਕਰ ਗੁਪਤਾ ਉਦੋਂ ਏਡੀਜੀਪੀ ਸਿਕਿਉਰਿਟੀ ਸੀ, ਉਹਨਾਂ ਨੂੰ ਜਾਂਚ ਸੌਂਪੀ ਗਈ ਤੇ ਇਹ ਜਿਹੜੀ ਪੀਆਈਐਲ ਲੱਗੀ ਸੀ, ਮੈਨੂੰ ਅੱਜ ਵੀ ਯਾਦ ਆ, ਉਹ ਜਸਟਿਸ ਐਸ.ਕੇ. ਸਿਕਰੀ ਤੇ ਨਾਲ ਆਰ.ਕੇ. ਜੈਨ ਜਸਟਿਸ ਸੀ, ਇਹਨਾਂ ਦੇ ਕੋਲੇ ਲੱਗੀ ਸੀ। ਬਾਅਦ ਦੇ ਵਿੱਚ ਡਿਪਟੀ ਚੀਫ ਮਿਨਿਸਟਰ ਹੁੰਦੇ ਸੀ ਉਦੋਂ ਸੁਖਬੀਰ ਸਿੰਘ ਬਾਦਲ। ਦਿਨਕਰ ਗੁਪਤਾ ਨੇ ਇਹ ਜਾਂਚ ਕਰਕੇ ਦੱਸਿਆ ਕਿ ਵਾਕਿਆ ਇਹਨਾਂ ਨੇ ਉਹਨਾਂ ਦਾ ਗਲਤ ਇਸਤੇਮਾਲ ਕੀਤਾ ਤੇ ਫਿਰ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਸਤੀਸ਼ ਕੁਮਾਰ ਅਸਥਾਨਾ ਨੂੰ। ਉਦੋਂ ਇਹ ਵਿਜੀਲੈਂਸ 'ਚ ਹੁੰਦੇ ਸੀ। 2 ਦਿਨ ਪਹਿਲਾਂ ਹੀ ਇਹਨਾਂ ਨੂੰ ਹੈੱਡਕੁਆਟਰ, ਜਿਹੜਾ ਪੁਲਿਸ ਹੈੱਡਕੁਆਟਰ ਆ, ਉਹਦੇ ਨਾਲ ਅਟੈਚ ਕੀਤਾ ਸੀ। ਮੇਰਾ ਕਹਿਣ ਦਾ ਮਤਲਬ ਆ ਕਿ ਲੰਮੇ ਸਮੇਂ ਤੋਂ ਸਾਡੇ ਬਹੁਤ ਪੁਲਿਸ ਅਧਿਕਾਰੀ, ਜੇ ਆਪਾਂ ਉਸ ਟਾਈਮ ਜਿਹੜੇ ਡੀਜੀਪੀ ਸੀ, ਮੈਂ ਵੀ ਦੱਸਦਾ, ਉਦੋਂ ਸੁਮੇਧ ਸਿੰਘ ਸੈਣੀ ਹੁੰਦੇ ਸੀ, ਉਹਨਾਂ ਨੇ ਵੀ ਇਸ ਗੱਲ ਦਾ ਨੋਟਿਸ ਲਿੱਤਾ ਸੀ। ਜੋ ਜੇ ਲੰਮੇ ਸਮੇਂ ਤੋਂ ਅਸੀਂ ਦੇਖੀਏ, ਚਾਹੇ ਜਿੰਨੇ ਸਾਡੇ ਡੀਜੀਪੀ ਅਪਾਇੰਟ ਹੁੰਦੇ ਹੋਣ, ਜਿਹੜੇ ਡਾਇਰੈਕਟਰ ਜਨਰਲ ਆਫ ਪੁਲਿਸ ਆ, ਹੁਣ ਵੀ ਉਹਨਾਂ ਤੇ ਸਿਆਸਤ ਹੋ ਰਹੀ ਆ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਤੇ ਇੱਕ ਗੱਲ ਹੋਰ ਦੇਖੋ, ਸੁਖਜਿੰਦਰ ਸਿੰਘ ਰੰਧਾਵਾ ਇਹ ਕਹਿੰਦੇ ਆ ਕਿ ਇਹਨਾਂ ਦੇ ਜਾਣ ਨਾਲ ਕੀ ਹੋਣਾ, ਇਹ ਤਾਂ ਜਿਹੜੀ ਕਾਰਵਾਈ ਉਹ ਕੋਈ ਸਬ ਇੰਸਪੈਕਟਰ ਵੀ ਕਰ ਸਕਦਾ। ਮੈਨੂੰ ਲੱਗਦਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਪੁਲਿਸ ਮਹਿਕਮੇ ਦੀ ਫੰਕਸ਼ਨਿੰਗ ਦਾ ਪਤਾ ਨਹੀਂ। ਇੱਕ ਨਾਨ ਗਸਟਡ ਆਫੀਸਰ ਦੀ ਕੀ ਪਾਵਰ ਹੁੰਦੀ ਹੈ ਤੇ ਗਸਟਡ ਆਫੀਸਰ ਦੀ ਕੀ ਪਾਵਰ ਹੁੰਦੀ ਹੈ, ਇਹਨਾਂ ਨੂੰ ਸ਼ਾਇਦ ਪਤਾ ਨਹੀਂ। ਇਹ ਗ੍ਰਹਿ ਵਿਭਾਗ ਸੰਭਾਲਦੇ ਆ। ਪਹਿਲੀ ਗੱਲ ਤਾਂ ਸਾਨੂੰ ਸੁਖਜਿੰਦਰ ਸਿੰਘ ਰੰਧਾਵਾ ਇਹ ਵੀ ਦੱਸਣ ਕਿ ਜਿਹੜੀ 28 ਨਵੰਬਰ ਨੂੰ ਜਲੰਧਰ ਦੇ ਵਿੱਚ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ, ਐਲਾਨ ਕੀਤਾ ਸੀ ਕਿ ਮੈਂ ਹਫ਼ਤੇ ਦੇ ਅੰਦਰ ਇੱਕ ਹਾਈ ਲੈਵਲ ਕਮੇਟੀ ਕਰਦਾ। ਹਾਈ ਲੈਵਲ ਕਮੇਟੀ 'ਚ ਕੌਣ ਆ? ਚੀਫ ਸੈਕਟਰੀ ਸਾਹਿਬ ਆ ਅਨੁਰਿਤ ਤਿਵਾੜੀ, ਉਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਹੋਮ ਨੇ ਅਨੁਰਾਗ ਵਰਮਾ, ਤੇ ਤੀਸਰੇ ਨੇ ਇਕਬਾਲਪ੍ਰੀਤ ਸਿੰਘ ਸੋਹਤਾ, ਜੋ ਸਾਡੇ ਪੰਜਾਬ ਦੇ ਇਸ ਟਾਈਮ ਡਾਇਰੈਕਟਰ ਜਨਰਲ ਆਫ ਪੁਲਿਸ ਆ। ਉਹ ਹਫ਼ਤੇ ਦੀ ਰਿਪੋਰਟ ਦਾ ਕੀ ਬਣਿਆ? ਜਦੋਂ ਕਹਿੰਦੇ ਸੀ ਆਪਾਂ ਪਤਾ ਲਾ ਲਾਂਗੇ, ਤੇ ਉਸ ਤੋਂ ਬਾਅਦ ਰੰਧਾਵਾ ਜੀ ਤੁਸੀਂ ਦੇਖੋ 6 ਦਸੰਬਰ, 7 ਦਸੰਬਰ, 8 ਦਸੰਬਰ ਤੇ 9 ਦਸੰਬਰ ਲਗਾਤਾਰ ਜਿਹੜੀ ਹੈ ਸੁਣਵਾਈ ਡਰੱਗ ਦੇ ਮਾਮਲਿਆਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚੱਲਦੀ ਆ। ਫਿਰ ਉਸ ਟਾਈਮ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ? ਔਰ ਹਾਈ ਕੋਰਟ ਬੜੇ ਸਪਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਹਿੰਦਾ ਕਿ ਨਾ ਤਾਂ ਅਸੀਂ ਕੋਈ ਰੋਕ ਲਾਈ ਆ ਤੇ ਨਾ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਇਨਸਟਰਕਸ਼ਨ ਹੈ, ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਆ ਕੁਛ, ਬਲਕਿ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਇੰਨੇ ਲੇਜ਼ੀ, ਇੰਨੇ ਸੁਸਤ ਕਿਉਂ ਸੁੱਤੇ ਪਏ ਸੀ? ਤੇ ਫਿਰ ਜਿਹੜੇ ਕਹਿੰਦੇ ਸੀ ਕਿ ਅਸੀਂ ਲਿਫਾਫੇ ਖੋਲ ਦਾਂਗੇ, ਅਸੀਂ ਕਮੇਟੀ ਹਫ਼ਤੇ ਦੇ ਵਿੱਚ 7 ਦਿਨਾਂ ਦੇ ਅੰਦਰ ਰਿਪੋਰਟ ਦੇ ਦੂਗੀ, ਤੇ ਅੱਜ 2 ਹਫ਼ਤੇ ਦਾ ਸਮਾਂ ਹੋ ਗਿਆ, ਸਾਨੂੰ ਉਸ ਰਿਪੋਰਟ ਦਾ ਕੋਈ ਪਤਾ ਨਹੀਂ। ਇਹ ਸਾਰੀਆਂ ਚੀਜ਼ਾਂ ਕਿਸ ਵੱਲ ਜਿਹੜੇ ਇਸ਼ਾਰੇ ਕਰਦੇ ਆ ਕਿ ਇਹ ਜਿਹੜਾ ਸਿਆਸੀ ਕਰਨਾ ਜਾਂ ਮੁੱਦਿਆਂ ਦਾ ਸਿਆਸੀ ਕਰਨਾ, ਉਸ ਉੱਤੇ ਸਾਨੂੰ ਵਾਕਿਆ ਸਾਰਿਆਂ ਨੂੰ ਚਿੰਤਾ ਹੋਣੀ ਚਾਹੀਦੀ ਹੈ। ਨਾ ਤਾਂ ਪੋਲੀਟੀਸ਼ੀਅਨਸ, ਜਿਹੜੇ ਲੈਜਿਸਲੇਟਰਸ, ਜਿਨ੍ਹਾਂ ਨੇ ਸਾਡੇ ਕਾਨੂੰਨ ਬਣਾਉਣੇ ਹੁੰਦੇ ਆ ਤੇ ਜਿਨ੍ਹਾਂ ਨੇ ਇਹ ਐਗਜ਼ੀਕਿਊਟ ਕਰਨੇ ਹੁੰਦੇ ਆ, ਐਗਜ਼ੈਕਟਿਵ ਬਿਊਰੋਕ੍ਰੇਸੀ ਉਹ ਕੰਮ ਕਰ ਰਹੀ ਆ, ਸਿਰਫ ਤੇ ਸਿਰਫ ਸਿਆਸੀਕਰਨ ਹੋ ਰਿਹਾ। ਜੀ ਰੰਧਾਵਾ ਜੀ। ਬਿਲਕੁਲ ਠੀਕ ਆ। ਇਹ ਗੱਲ ਰੰਧਾਵਾ ਸਾਹਿਬ ਜ਼ਰੂਰ ਕਹਿਣਗੇ, ਸੁਖਜਿੰਦਰ ਸਿੰਘ ਰੰਧਾਵਾ, ਕਿ ਅਸੀਂ ਪਬਲਿਕ ਨਹੀਂ ਕੀਤੀ, ਉਹ 7 ਦਿਨ 'ਚ ਮੰਗੀ ਰਿਪੋਰਟ ਸਾਡੇ ਕੋਲ ਆ। ਨੋ ਡਾਊਟ ਇਹ ਕਹਿਣਾ ਬਣਦਾ ਵੀ ਆ, ਪਰ ਫਿਰ ਜਦੋਂ ਤੁਸੀਂ ਇਹ ਕਮੇਟੀ ਕਨਸਟੀਟਿਊਟ ਕਰਦੇ ਹੋ, ਜਦੋਂ ਤੁਸੀਂ ਇਹੋ ਜਿਹੇ ਐਲਾਨ ਕਰਦੇ ਹੋ, ਤੇ ਉਦੋਂ ਵੀ ਕਿਉਂ ਕਰਦੇ ਹੋ? ਅੰਦਰ ਖਾਤੇ ਕਰ ਲਓ। ਜੇ ਤੁਸੀਂ ਇੰਨੇ ਟਰਾਂਸਪੇਰੈਂਟ ਹੋ ਤਾਂ ਫਿਰ ਉਸ ਕਮੇਟੀ ਦੀ ਰਿਪੋਰਟ ਨੂੰ ਵੀ ਜਨਤਕ ਕਰ ਦਿਓ। ਜ਼ਿੰਮੇਵਾਰੀ ਫਿਕਸ ਕਰਨ ਦੀ ਗੱਲ ਤੁਸੀਂ ਕਰ ਰਹੇ ਸੀਗੇ, ਪਤਾ ਤਾਂ ਲੱਗੇ ਕੌਣ ਡਿਲੇ ਟੈਕਟਸ ਦੇ ਵਿੱਚ ਸੀ, ਜਾਂ ਜੇ ਅੰਦਰਲੇ ਪਾਸੇ ਕੋਈ ਅਫਸਰ ਵੀ ਸ਼ਾਮਲ ਨੇ, ਜਿੱਦਾਂ ਕਿ ਚੱਟੋਪਾਧਿਆਏ ਸਾਹਿਬ ਦੀ ਰਿਪੋਰਟ ਵੀ ਇੱਕ ਉੱਥੇ ਦਾਖਲ ਆ, ਕੌਣ ਬੰਦੇ ਉਹਦੇ 'ਚ ਸ਼ਾਮਲ ਆ? ਸੁਣਿਆ ਕਿ ਇਹ ਡਿਲੇ ਬਹੁਤ ਵੱਡੇ ਪੁਲਿਸ ਅਫਸਰਾਂ ਦੇ ਕਾਰਨ ਵੀ ਹੋਈ ਆ,
ਕਿਉਂਕਿ ਬਹੁਤ ਸਾਰਿਆਂ ਦੇ ਪਰਦੇ ਜਾਂ ਭੇਤ ਖੁੱਲਣੇ ਸੀਗੇ। ਖੈਰ ਮੈਂ ਇਸ ਗੱਲ ਨੂੰ ਇਵੇਂ ਵੀ ਲਵਾਂਗਾ ਕਿ ਜਿਹੜੀ ਪੰਜਾਬ ਦੀ ਬਦਲਾਖੋਰੀ ਆ ਸਿਆਸਤ ਦੀ, ਇਹਨੂੰ ਕਿਤੇ ਤਾਂ ਵਿਰਾਮ ਲੱਗਣਾ ਚਾਹੀਦਾ, ਕਿਤੇ ਤੇ ਸਭ ਤੱਥਾਂ ਦੇ ਆਧਾਰ ਤੇ ਹੋਵੇ। ਕਿਸੇ ਜਗ੍ਹਾ ਦੇ ਉੱਤੇ ਜਾ ਕੇ ਤਾਂ ਅਸੀਂ ਕਟਹਿਰੇ 'ਚ ਖੜ ਕੇ ਜਾਂ ਕਿਧਰੇ ਵੀ ਜਾ ਕੇ ਕਹਿ ਸਕੀਏ ਕਿ ਅਸੀਂ ਲੋਕ ਪੱਖਪਾਤ ਨਹੀਂ ਕਰਦੇ, ਕਾਨੂੰਨ ਨੂੰ ਮੰਨਣ ਵਾਲੇ ਆ। ਚਲੋ ਆਪਾਂ ਅੱਗੇ ਵੱਧਦੇ ਹਾਂ। ਇੱਕ ਪੰਜਾਬ ਸਰਕਾਰ ਦੀ ਹੋਰ ਕਵਾਇਦ ਆ ਜਿਹੜੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ 15 ਕਿਲੋਮੀਟਰ ਤੋਂ 50 ਕਿਲੋਮੀਟਰ ਦਾ ਬਾਰਡਰ BSF ਦੇ ਨਜ਼ਰੀਓਂ ਵਧਾਏ ਜਾਣ ਦੀ ਗੱਲ ਕੀਤੀ ਆ। ਉਹਦੇ ਤੇ ਪੰਜਾਬ ਸਰਕਾਰ ਨੇ ਆਪਣੀ ਗੱਲ ਸੁਪਰੀਮ ਕੋਰਟ 'ਚ, ਤੇ ਸੁਪਰੀਮ ਕੋਰਟ ਨੇ ਨੋਟਿਸ ਕੇਂਦਰ ਨੂੰ ਜਾਰੀ ਕੀਤਾ। ਇਹਦੇ ਸੰਦਰਭ ਨੂੰ ਦੇਖੀਏ ਜਾਂ ਇਹਦੀ ਫਿਊਚਰ ਨੂੰ ਦੇਖੀਏ ਵੀ ਇਹ ਕੋਈ ਫੈਸਲਾ ਕੌਣ ਹੋ ਸਕਦਾ, ਜਾਂ ਇਹ ਕੇਂਦਰ ਦੇ ਅਧਿਕਾਰ ਖੇਤਰ ਵਾਲਾ ਮਾਮਲਾ ਕਹਿ ਕੇ ਨਿਪਟਾਤਾ ਜਾਊਗਾ? ਕੀ ਕਹਿੰਦੇ ਹੋ? ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਕਹਿ ਕੇ ਸੁਪਰੀਮ ਕੋਰਟ ਇਹਨੂੰ ਖਾਰਜ ਵੀ ਕਰ ਸਕਦਾ, ਅੱਗੇ ਵਧਾ ਸਕਦਾ। ਵੈਸਾ ਹੋਣਗੀਆਂ ਤਾਂ ਫਿਰ ਇਹ ਵੀ ਬੜੇ ਮਸਲੇ ਨਿਕਲ ਕੇ ਆਉਣਗੇ ਕਿ ਸੂਬਿਆਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਕਦੋਂ ਕਿੱਥੇ ਦਖਲਅੰਦਾਜ਼ੀ ਹੋਈ, ਸਾਨੂੰ ਸਾਡੀ ਰਾਜਧਾਨੀ ਕਿਉਂ ਨਾ ਮਿਲੀ। ਇਹੋ ਜਿਹੀਆਂ ਗੱਲਾਂ ਵੀ ਅੱਗੇ ਵਧਾਈਆਂ ਜਾ ਸਕਦੀਆਂ। ਇੱਕ ਕੇਸ ਦੇ ਵਿੱਚੋਂ ਕਈ ਕੇਸ ਨਿਕਲ ਜਾਂਦੇ ਹੁੰਦੇ ਆ ਜੇ ਵਕੀਲਾਂ ਦਾ ਮਨ ਹੋਵੇ, ਜਾਂ ਫਿਰ ਸੁਪਰੀਮ ਕੋਰਟ ਜਿੱਦਾਂ ਅੱਜ ਕੱਲ ਖੁੱਲੇ ਮਨ ਨਾਲ ਅੱਗੇ ਵਧ ਰਹੀ ਹੈ, ਤੇ ਪੰਜਾਬ ਦੇ ਮਸਲੇ ਸ਼ਾਇਦ ਐਡਰੈਸ ਹੋ ਜਾਣ, ਉੱਥੋਂ ਹੀ ਹੋ ਜਾਣ। 5 ਅਕਤੂਬਰ ਨੂੰ ਇਸੇ ਸਾਲ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਗ੍ਰਹਿ ਮੰਤਰੀ ਨੂੰ, ਸਾਡੇ ਹੋਮ ਮਿਨਿਸਟਰ ਨੂੰ, ਭਾਰਤ ਦੇ ਅਮਿਤ ਸ਼ਾਹ ਨੂੰ ਮਿਲਦੇ ਨੇ, ਤੇ 11 ਅਕਤੂਬਰ ਨੂੰ ਇਹ ਫੈਸਲਾ ਆ ਜਾਂਦਾ, ਇੱਕ ਨੋਟੀਫਿਕੇਸ਼ਨ ਜਾਰੀ ਹੁੰਦੀ ਆ ਕਿ ਜਿਹੜਾ BSF ਦਾ ਪੈਟਰੋਲਿੰਗ ਦਾ ਦਾਇਰਾ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਦਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਲਗਾਤਾਰ ਸਿਆਸਤ ਹੁੰਦੀ ਆ। ਦੇਖੋ ਜੀ, ਇਹ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਮਿਲ ਕੇ ਜਿਹੜੀ ਆ ਉਹ ਕੇਂਦਰ ਦੇ ਨਾਲ ਸਿਆਸਤ ਕੀਤੀ ਹੈ, ਤੇ ਆਪਣਾ ਜਿਹੜਾ ਏਰੀਆ, ਫੈਡਰਲ ਜਿਹੜੇ ਰਾਈਟ ਆ, ਸਾਡੇ ਸੰਘੀ ਅਧਿਕਾਰ ਆ, ਉਹਨਾਂ ਤੇ ਇਹਨਾਂ ਨੇ ਕਬਜ਼ਾ ਕਰਵਾਤਾ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ। ਇੱਥੋਂ ਤੱਕ ਕਿ ਜਿਹੜੇ ਕਾਂਗਰਸ ਦੇ ਆਪਣੇ ਸੀਨੀਅਰ ਆਗੂ ਸੀ, ਸੁਨੀਲ ਜਾਖੜ ਸਾਹਿਬ, ਉਹ ਵੀ ਟਵੀਟ ਕਰਦੇ ਆ। ਉਹ ਕਹਿੰਦੇ ਤੁਸੀਂ ਇਹੀ ਮੰਗਦੇ ਸੀ ਨਾ ਜਾ ਕੇ। ਚਰਨਜੀਤ ਸਿੰਘ ਚੰਨੀ ਕਹਿੰਦੇ ਸੀ ਕਿ ਅਸੀਂ ਤਾਂ ਚਾਹੁੰਦੇ ਸੀ ਸਾਡੇ ਜਿਹੜੇ ਬਾਰਡਰ ਆ ਜਾਂ ਜਿਹੜੀਆਂ ਸਾਡੀਆਂ ਸਰਹੱਦਾਂ ਉਹ ਸੁਰੱਖਿਅਤ ਹੋਣ, ਉੱਥੇ ਸੁਰੱਖਿਆ ਵਧਾਈ ਜਾਵੇ, ਹੋਰ ਸਖਤ ਕੀਤੀ ਜਾਵੇ, ਲੇਕਿਨ ਮੈਂ ਇਹ ਤਾਂ ਨਹੀਂ ਸੀ ਮੰਗਿਆ। ਲਗਾਤਾਰ ਇਸ ਤੇ ਸਿਆਸਤ ਹੋ ਰਹੀ ਸੀ। ਵੈਸਟ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਈ ਵਾਰੀ ਇਸ ਤੇ ਟਿੱਪਣੀ ਕੀਤੀ ਸੀ, ਲੇਕਿਨ ਪੰਜਾਬ ਸਰਕਾਰ ਉਹ ਪਹਿਲੀ ਸਰਕਾਰ ਆ ਭਾਰਤ ਦੇ ਵਿੱਚ ਜਿੱਥੇ ਇਹ ਸਾਰਾ ਕੁਝ ਹੋਇਆ, ਜਿਹੜੀ ਸੁਪਰੀਮ ਕੋਰਟ ਦੇ ਵਿੱਚ ਗਈ ਆ। ਆਰਟੀਕਲ 131 ਰੰਧਾਵਾ ਜੀ, ਆਰਟੀਕਲ 131 ਜਿਹੜਾ ਸੰਵਿਧਾਨ ਦਾ ਸਾਡਾ, ਉਹੀ ਕਹਿੰਦਾ ਕਿ ਜਦੋਂ ਸੰਘੀ ਢਾਂਚੇ ਦੇ ਉੱਤੇ ਕੋਈ ਹਮਲਾ ਹੋਵੇ ਜਾਂ ਕੇਂਦਰ ਜਾਂ ਸਟੇਟ ਦੇ ਵਿੱਚ, ਸੂਬੇ ਦੇ ਵਿੱਚ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਹੋਵੇ ਤਾਂ ਤੁਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ। ਉਸੇ ਅਧੀਨ, ਔਰ ਮੈਨੂੰ ਅੱਜ ਯਾਦ ਆ, ਬਿਕਰਮ ਸਿੰਘ ਮਜੀਠੀਆ ਨੇ ਵੀ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਇਸੇ ਆਰਟੀਕਲ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਤੁਸੀਂ ਕਿਉਂ ਨਹੀਂ ਸੁਪਰੀਮ ਕੋਰਟ ਜਾਂਦੇ, ਇੱਥੇ ਬੈਠ ਕੇ ਤੁਸੀਂ ਆਪ ਹੀ ਟਿੱਪਣੀਆਂ ਕਰੀ ਜਾਂਦੇ ਹੋ, ਕੈਬਨਿਟ 'ਚ ਕਿਉਂ ਨਹੀਂ ਲੈ ਕੇ ਆਉਂਦੇ। ਔਰ ਫਿਰ ਉਸ ਤੋਂ ਬਾਅਦ ਅਸੀਂ ਵਿਧਾਨ ਸਭਾ 'ਚ ਦੇਖਦੇ ਆ, ਉੱਥੇ ਜਾ ਕੇ ਰੈਜ਼ੋਲੂਸ਼ਨ ਪਾਸ ਹੁੰਦਾ ਇਸ ਦੇ ਖਿਲਾਫ, ਲੇਕਿਨ ਉਹ ਨਾਕਾਫੀ ਸੀ। ਹੁਣ ਸੁਪਰੀਮ ਕੋਰਟ ਇਸ ਤੇ ਬੈਠੇਗਾ, ਉਹ ਫੈਸਲਾ ਕਰੇਗਾ। ਕੀ ਫੈਸਲਾ ਲੈਂਦਾ, ਉਹ ਕੇਂਦਰ ਸਰਕਾਰ ਦੇ ਹੱਕ 'ਚ ਲੈਂਦਾ ਜਾਂ ਸੂਬਾ ਸਰਕਾਰ ਦੇ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਕਹਿਦਾ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਫਰੰਟੀਅਰ ਦੇ IG ਨੇ, ਅੱਜ ਕੱਲ ਇੱਕ ਲੇਡੀ ਆਫੀਸਰ ਨੇ IG ਸੋਨਾਲੀ ਮਿਸ਼ਰਾ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਡਾਇਰੈਕਟਰ ਜਨਰਲ ਜਿਹੜੇ ਆ BSF ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਲਗਾਤਾਰ ਪੱਤਰਕਾਰਾਂ ਨੂੰ ਸਾਰਿਆਂ ਨੂੰ ਸਮਝਾਇਆ ਗਿਆ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੀ ਆਪ ਕਈ BSF ਦੇ ਅਧਿਕਾਰੀਆਂ ਨਾਲ ਗੱਲ ਹੋਈ, ਉਹ ਕਹਿੰਦੇ ਗੱਲ ਠੀਕ ਹੈ, ਜਦੋਂ ਸਾਨੂੰ 15 ਕਿਲੋਮੀਟਰ ਤੱਕ ਅਧਿਕਾਰ ਸੀ, ਅਸੀਂ 5 ਕਿਲੋਮੀਟਰ ਤੱਕ ਵੀ ਨਹੀਂ ਸੀ ਜਾਂਦੇ। ਨਾ ਹੀ ਸਾਡੇ ਕੋਲ ਸੰਸਾਧਨ ਆ ਤੇ ਨਾ ਹੀ ਸਾਡੇ ਕੋਲ ਇੰਨੀ ਮੈਨ ਪਾਵਰ ਆ ਕਿ ਅਸੀਂ ਇੰਨਾ ਕੁਝ ਕਰ ਪਾਈਏ। ਤੇ ਜੇ ਅਸੀਂ ਅੱਜ ਵੀ ਕਿਸੇ ਨੂੰ ਅਰੈਸਟ ਕਰਾਂਗੇ, ਗ੍ਰਿਫਤਾਰ ਕਰਾਂਗੇ, ਜੇ ਸਾਨੂੰ ਕੋਈ ਸੂਚਨਾ ਮਿਲਦੀ ਆ, ਤੇ ਸਾਨੂੰ ਉਹ ਫਾਈਨਲੀ ਪੰਜਾਬ ਪੁਲਿਸ ਨੂੰ ਹੀ ਹੈਂਡ ਓਵਰ ਕਰਨਾ ਪਊਗਾ। ਇਹ ਗੱਲ ਉਹਨਾਂ ਨੇ ਕਹੀ ਸੀ। ਖੈਰ, ਇਹ ਉਹਨਾਂ ਦੇ ਦਾਅਵੇ ਹੋ ਸਕਦੇ ਆ ਜਾਂ ਉਹਨਾਂ ਦੀ ਇੱਕ ਇੰਟਰਪ੍ਰੀਟੇਸ਼ਨ ਹੋ ਸਕਦੀ ਆ, ਲੇਕਿਨ ਕਿਤੇ ਨਾ ਕਿਤੇ ਜਦੋਂ ਤੁਸੀਂ ਦਾਇਰਾ ਵਧਾ ਲੈਂਦੇ ਹੋ, ਇਹ ਦਖਲਅੰਦਾਜ਼ੀ ਹੋਣੀ ਤਾਂ ਸੁਭਾਵਿਕ ਆ। ਔਰ ਕਈ ਮਾਮਲਿਆਂ ਦੇ ਵਿੱਚ ਟਕਰਾਅ ਪੈਦਾ ਹੋ ਵੀ ਸਕਦਾ ਜੇ ਕੇਂਦਰ ਸਰਕਾਰ ਚਾਹੂਗੀ ਜਾਂ BSF ਚਾਹੂਗੀ। ਸੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਇਹ ਜਿਹੜੀ ਪਟੀਸ਼ਨ ਆ ਉਹ ਦਾਇਰ ਕੀਤੀ ਗਈ ਆ। ਔਰ ਇੱਕ ਚੀਜ਼ ਹੋਰ ਇਹ 'ਚ ਐਡ ਕਰਦਾ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਇਹਦੀ ਬੜੀ ਸ਼ਲਾਘਾ ਕੀਤੀ ਆ ਕਿ ਸਾਡੀ ਜਿਹੜੀ ਨਵੀਂ ਲੀਗਲ ਟੀਮ ਆ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ। ਹੁਣ ਦੇਖਦੇ ਆ ਉਹ ਵਧੀਆ ਕੰਮ ਸੁਪਰੀਮ ਕੋਰਟ 'ਚ ਕਰਦੇ ਆ ਜਾਂ ਨਹੀਂ ਕਰਦੇ, ਕਿਉਂਕਿ ਨਸ਼ਿਆਂ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਾਂ ਵਧੀਆ ਕੰਮ ਹਜੇ ਤੱਕ ਸਾਨੂੰ ਹੋਇਆ ਲੱਗਦਾ ਨਹੀਂ। ਜੀ ਰੰਧਾਵਾ ਜੀ, ਸਿੱਧੂ ਸਾਹਿਬ ਦਾ ਖੁਸ਼ ਹੋਣਾ ਬਣਦਾ ਕਿਉਂਕਿ ਪਟਵਾਲੀਆ ਸਾਹਿਬ ਉਹਨਾਂ ਦੇ ਚੁਣੇ ਹੋਏ ਨੇ, ਹੈਂਡਪਿਕਡ ਨੇ। ਲੇਕਿਨ ਇੱਕ ਸਵਾਲ ਹੋਰ ਸਿੱਧੂ ਸਾਹਿਬ ਨੂੰ, ਵੀ ਤੁਸੀਂ ਤਾਂ ਖੁਸ਼ ਹੋਈ ਜਾਂਦੇ ਹੋ, ਤੁਹਾਡੇ MLA ਵਜ਼ੀਰ ਬੜੇ ਦੁਖੀ ਜੇ। ਕਹਿੰਦੇ ਸਿੱਧੂ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਿਸੇ ਨੂੰ ਥਾਪੜਾ ਦੇ ਆਉਂਦੇ ਆ। ਪਹਿਲਾਂ ਕਹਿੰਦੇ ਸੀ ਟਿਕਟਾਂ
ਸਰਵੇ ਦੇ ਆਧਾਰ ਤੇ ਦੇਾਂਗੇ, ਫਿਰ ਪਤਾ ਲੱਗਿਆ ਕਿ ਕਈਆਂ ਨੂੰ ਕਹਿਤਾ ਵੀ ਜ਼ਰੂਰੀ ਨਹੀਂ ਕਿ ਤੁਹਾਨੂੰ ਟਿਕਟ ਮਿਲ ਜੇ, ਅਗਲਿਆਂ ਦੇ ਵੈਸੇ ਹੀ ਸਾਹ ਸੁੱਤੇ ਹੋਏ ਆ, ਰਾਤਾਂ ਦੀ ਨੀਂਦ ਹਰਾਮ ਹੋਈ ਪਈ, ਰੋਟੀ ਸੰਘੋਂ ਥੱਲੇ ਨਹੀਂ ਉਤਰਦੀ। ਹੁਣ ਬਾਬਾ ਬਕਾਲਾ ਦੇ ਵਿੱਚ ਜਾ ਕੇ ਉਹਨਾਂ ਨੇ ਡਿੰਪਾ ਦੇ ਨਾਲ ਆਪਣੀ ਗੱਲ ਰੱਖਤੀ, ਪਹਿਲਾਂ ਉਹ ਕਾਦੀਆਂ 'ਚ ਗਏ ਸੀ, ਕਾਦੀਆਂ 'ਚ ਸਿਆਪਾ ਪਿਆ ਹੋਇਆ। ਹੁਣ ਇਹ ਸਵਾਲ ਬੜਾ ਵੱਡਾ ਉੱਠਣ ਲੱਗ ਗਿਆ। ਕਈ MLAs ਨਾਲ ਮੇਰੀ ਗੱਲ ਹੋਈ ਆ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ, ਜਿਹੜੇ ਇਹ ਸਮਝਦੇ ਆ ਕਿ ਕਾਂਗਰਸ ਦੀ ਲੀਡਰਸ਼ਿਪ ਸਪਸ਼ਟ ਹੋਵੇ ਤਾਂ ਕਿ ਸਾਨੂੰ ਵੀ ਪਤਾ ਲੱਗੇ। ਹਲਕਿਆਂ ਦੇ ਵਿੱਚ ਜਿਹੜੀ ਆਪਾ ਧਾਪੀ ਫੈਲਦੀ ਪਈ ਆ ਕਿ ਸਾਡੇ MLA ਦੀ ਕਾਰਗੁਜ਼ਾਰੀ ਵਧੀਆ ਨਹੀਂ, ਇੱਥੇ ਨਵਾਂ ਬੰਦਾ ਵੀ ਆ ਸਕਦਾ, ਹਲਕੇ ਬਦਲੇ ਜਾ ਸਕਦੇ ਆ। ਕਾਫੀ ਤਰ੍ਹਾਂ ਦੀਆਂ ਕਨਸੋਆਂ ਤੇ ਕਾਫੀ ਤਰ੍ਹਾਂ ਦੀਆਂ ਸਰਗੋਸ਼ੀਆਂ ਨੇ, ਜਿਨ੍ਹਾਂ ਸਰਗੋਸ਼ੀਆਂ ਦੇ ਚਲਦਿਆਂ ਕੁਦਰਤੀ ਤੌਰ ਤੇ ਜਿਹੜੇ ਥੱਲੇ ਦੇ ਪੱਧਰ ਤੇ ਲੜਨ ਵਾਲੇ, ਕਿਉਂਕਿ ਉੱਪਰ ਤਾਂ ਸਰਕਾਰਾਂ ਬਣੀਆਂ ਹੀ ਬਣੀਆਂ ਹੁੰਦੀਆਂ, ਆਪਾਂ ਬਣਾ ਕੇ ਬੈਠੇ ਰਹਿੰਦੇ ਵੀ ਫਲਾਣੇ ਦਾ ਸਰਵੇ ਫਲਾਣੇ ਦੇ ਹੱਥ 'ਚ। ਜਿਨ੍ਹਾਂ ਨੇ ਪਿੰਡਾਂ ਦੇ ਵਿੱਚੋਂ ਧੜਿਆਂ 'ਚ ਵੰਡੀ ਵੋਟ ਨੂੰ ਕੱਢਣਾ ਹੁੰਦਾ, ਇੱਕ ਇੱਕ ਵੋਟ ਢੋਣੀ ਹੁੰਦੀ, ਉਹਨਾਂ ਨੂੰ ਪਤਾ ਹੁੰਦਾ ਕਿਹੜੇ ਭਾਅ ਵਿਕਦੀ ਆ। ਸੋ ਜਿਹੜੀ ਇਹ ਕਵਾਇਦ ਆ, ਕਾਂਗਰਸ ਦੇ ਅੰਦਰ ਬਹੁਤ ਬੇਚੈਨੀ ਪਾਈ ਜਾ ਰਹੀ ਹੈ ਥੱਲੇ ਦੇ ਪੱਧਰ ਤੇ, ਕਿਉਂਕਿ ਮਹੀਨੇ ਰਹਿ ਗਏ 2-2.5, ਇਹਨਾਂ 2-3 ਮਹੀਨਿਆਂ ਦੇ ਵਿੱਚ ਹੀ ਫੈਸਲੇ ਹੋਣੇ ਆ ਕਿ ਵਿਧਾਨ ਸਭਾ 'ਚ, ਅਗਲੀ ਵਿਧਾਨ ਸਭਾ 'ਚ ਕੌਣ ਕੌਣ ਪਹੁੰਚੂਗਾ। ਸਿੱਧੂ ਸਾਹਿਬ ਦਾ ਇਸ ਤਰ੍ਹਾਂ ਦਾ ਵਿਰੋਧ ਇਹਨਾਂ ਲਈ ਆਪਣੇ ਲਈ ਵੀ ਘਾਤ ਹੋ ਸਕਦਾ। ਤੇ ਕਾਂਗਰਸ ਦੀ ਜਿਹੜੀ ਪ੍ਰਦੇਸ਼ ਵਿੱਚ ਬੈਠੀ ਲੀਡਰਸ਼ਿਪ, ਭਾਵੇਂ ਹਰੀਸ਼ ਚੌਧਰੀ, ਅਜੇ ਮਾਕਣ, ਬਾਕੀ ਲੰਬਾ ਚਮਾ ਤਾਮ ਝਾਮ, ਉਹ ਉਹਨਾਂ ਦੀ ਡਾਇਰੈਕਸ਼ਨ ਤੇ ਹੋ ਰਿਹਾ ਸਾਰਾ, ਜਾਂ ਸਿੱਧੂ ਆਪਣੇ ਆਪ ਕਿਸੇ ਲੀਡਰ ਦੀ ਮੰਗ ਤੇ ਪਹੁੰਚ ਜਾਂਦੇ ਆ। ਇਹ ਬਹੁਤ ਵੱਖਰੀ ਤਰ੍ਹਾਂ ਦੀ ਰਾਜਨੀਤੀ ਸ਼ਾਇਦ ਬੜੀ ਦੇਰ ਬਾਅਦ ਕਾਂਗਰਸ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ, ਇੱਕੋ ਤਾਰ ਇੱਕੋ ਘਰੋਂ ਹਿੱਲਦੀ ਹੁੰਦੀ ਸੀ, ਬਾਕੀ ਸਾਰੇ ਸ਼ਾਂਤੀ ਨਾਲ ਕੰਮ ਕਰੀ ਜਾਂਦੇ ਸੀ, ਕੋਈ ਮਿਲਦਾ ਨਹੀਂ ਮਿਲਦਾ, ਚਲੋ ਸਾਡਾ ਹਲਕਾ ਤੇ ਸੇਫ ਸੁਰੱਖਿਆ, ਤੇ ਇੱਥੇ ਅਸੀਂ ਤੇ ਰਾਜੇ ਬਣੀ ਬੈਠੇ ਆ ਨਾ। ਹੁਣ ਕਿਸੇ ਨੂੰ ਨਹੀਂ ਪਤਾ ਵੀ ਕਿੱਥੇ ਕੀ ਹੋ ਜਾਣਾ। ਕੀ ਕਹਿੰਦੇ ਹੋ? ਬਿਲਕੁਲ ਰੰਧਾਵਾ ਜੀ, ਕੱਲ ਸਾਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਮਾਝੇ ਦੀ ਫੇਰੀ ਸੀ, ਰਈਏ ਵਿੱਚ ਉਹ ਬੋਲ ਰਹੇ ਸੀ, ਤੇ ਕਿੱਦਾਂ ਸਤਿੰਦਰਜੀਤ ਸਿੰਘ ਛੱਜਲ ਵੱਡੀ ਦੇ ਉਹ ਪਿੱਠ ਤੇ ਥਾਪੜਾ ਦੇ ਰਹੇ ਸੀ। ਉੱਥੇ ਹੀ ਜਸਬੀਰ ਸਿੰਘ ਨਿੰਪਾ ਜਿਹੜੇ ਬਿਆਸ ਦੇ MP ਆ ਉੱਥੋਂ, ਉਸ ਇਲਾਕੇ ਦੇ, ਉਹ ਵੀ ਉੱਥੇ ਮੌਜੂਦ ਸੀ। ਲੇਕਿਨ ਜਿਹੜੀ ਤੁਸੀਂ ਇੱਕ ਖਾਸ ਗੱਲ ਦੱਸੀ ਹੈ ਕਿ ਉੱਥੇ ਪ੍ਰਤਾਪ ਸਿੰਘ ਬਾਜਵਾ ਵੀ ਇੱਕ ਜਗ੍ਹਾ ਪਹੁੰਚ ਗਏ, ਉਹ ਆਪਣੇ ਆਪ ਦੇ ਵਿੱਚ ਬੜੀ ਨਿਵੇਕਲੀ ਗੱਲ ਆ। ਲੇਕਿਨ ਤੁਸੀਂ ਇਹ ਵੀ ਨਹੀਂ, ਦੇਖੋ ਮੈਂ ਕਿ ਇਹ ਨਹੀਂ, ਇਹ ਕੁਝ ਦਿਨ ਪਹਿਲਾਂ ਦੀ ਕਾਦੀਆਂ ਹਲਕੇ ਵਾਲੀ ਗੱਲ ਆ, ਜਿੱਥੇ ਉਹ ਫਤਿਹ ਜੰਗ ਨੂੰ ਥਾਪੜਾ ਦੇ ਕੇ ਆਏ ਸੀ ਵੀ ਇਹੋ ਜਿਹੇ ਲੋਕ ਸਾਡੀ ਅਗਲੀ ਸਰਕਾਰ 'ਚ ਹਿੱਸਾ ਹੋਣਗੇ। ਉਦੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਕਾਦੀਆਂ ਤੋਂ ਤੇ ਮੈਂ ਲੜਨਾ, ਤੇ ਵਾਹਿਗੁਰੂ ਜਾਣੇ ਮੇਰੇ ਭਰਾ ਦਾ ਕੀ ਹੋਣ ਵਾਲਾ। ਜੀ ਬਿਲਕੁਲ ਬਿਲਕੁਲ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਿਲਕੁਲ ਦਰੁਸਤ ਆ। ਸੋ ਕਹਿਣ ਦਾ ਰੰਧਾਵਾ ਜੀ ਮਤਲਬ ਇਹ ਆ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਇਹ ਦਾਅਵਾ ਕਰਦੇ ਆ ਕਿ ਜਿਹੜੀਆਂ 25 ਸੀਟਾਂ ਨੇ ਮਾਝੇ ਦੀਆਂ, ਉਹਨਾਂ ਚੋਂ ਘੱਟੋ ਘੱਟ ਮੈਂ 22 ਸੀਟਾਂ ਤੇ ਮੈਂ ਆਪ ਕੈਂਪੇਨ ਕੀਤੀ ਸੀ, ਮੈਂ ਚੋਣ ਪ੍ਰਚਾਰ ਕੀਤਾ ਸੀ, ਤੇ ਆਪਣੇ ਆਪ ਨੂੰ ਹਮੇਸ਼ਾ ਹੀ ਸ਼੍ਰੇਅ ਜਾਂ ਕ੍ਰੈਡਿਟ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਮੇਰੇ ਪ੍ਰਚਾਰ ਕਰਕੇ ਉੱਥੋਂ ਦਾ ਮਾਝੇ ਦਾ ਜਿਹੜਾ ਜਿਨ ਲੋਕ ਸੀ ਜਾਂ ਵੋਟਰ ਸੀ, ਉਹ ਕਾਂਗਰਸ ਵੱਲ ਆਇਆ ਸੀ, ਤੇ ਇਸ ਕਰਕੇ ਉਹ ਹਮੇਸ਼ਾ ਇਸ ਦਾ ਕ੍ਰੈਡਿਟ ਲੈਂਦੇ ਨੇ। ਹੁਣ ਵੀ ਤੁਸੀਂ ਦੇਖੋ ਜਿਹੜੀ ਪਿਛਲੇ ਦਿਨਾਂ ਤੋਂ ਉਹਨਾਂ ਦੀ ਲਗਾਤਾਰ ਕੋਸ਼ਿਸ਼ ਆ ਉਸੇ ਇਲਾਕੇ ਦੀ ਆ। ਇੱਕ ਚੀਜ਼ ਮੈਂ ਉਹਨਾਂ ਦੀ ਹੋਰ ਸਪੀਚਿਸ ਦੇ ਵਿੱਚ, ਉਹਨਾਂ ਦੀ ਭਾਸ਼ਾ ਦੇ ਵਿੱਚ ਥੋੜਾ ਜਿਹਾ ਕੋਈ ਇੱਕ ਮੱਠਾ ਪਿਆ ਹੋਇਆ ਵਿਅਕਤੀਤਵ ਨਜ਼ਰ ਮੈਨੂੰ ਆ ਰਿਹਾ ਕਿ ਕਿਤੇ ਨਾ ਕਿਤੇ ਜਿਹੜੀ ਆਪਣੀ ਸਰਕਾਰ ਦੇ ਪ੍ਰਤੀ ਭਾਸ਼ਾ ਜਾਂ ਸ਼ਬਦਾਵਲੀ ਆ, ਹੁਣ ਥੋੜੀ ਜਿਹੀ ਉਹਨਾਂ ਦੇ ਵਿੱਚੋਂ ਪ੍ਰਸ਼ੰਸਾ ਵੀ ਨਿਕਲਦੀ ਹੋਈ ਦਿਖਾਈ ਦਿੰਦੀ ਆ। ਹਾਲਾਂਕਿ ਬਹੁਤ ਸਾਰੇ ਕੇਸਾਂ ਦਾ ਕੁਝ ਹੋਇਆ ਨਹੀਂ, ਲੇਕਿਨ ਕਿਤੇ ਨਾ ਕਿਤੇ ਜਦੋਂ ਤੋਂ ਰਾਹੁਲ ਗਾਂਧੀ ਤੋਂ ਮੀਟਿੰਗ ਕਰਕੇ ਆਏ ਆ, ਉਹਨਾਂ ਨਾਲ ਬੈਠਕ ਕਰਕੇ ਆਏ ਆ, ਹਜੇ ਸਾਨੂੰ ਉਹਨਾਂ ਦੇ ਤਿੱਖੇ ਜਿਹੜੇ ਸੁਰ ਉਹ ਨਜ਼ਰ ਨਹੀਂ ਆ ਰਹੇ। ਇੱਕ ਗੱਲ ਹੋਰ ਵੀ ਹੋ ਸਕਦੀ ਆ, ਤੁਸੀਂ ਯਾਦ ਕਰੋ ਜਦੋਂ ਬਲਾਕ ਪ੍ਰਧਾਨਾਂ ਦੀ ਮੀਟਿੰਗ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਹੁੰਦੀ ਹੈ, ਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਸ਼ੈਲੀ ਤੇ ਆਪਣੇ ਕੰਮ ਕਰਨ ਦੇ ਇਸ ਜੋ ਉਹਨਾਂ ਦਾ ਲਹਿਜ਼ਾ, ਉਹਦੇ ਵਿੱਚ ਕੋਈ ਨਾ ਕੁਝ ਬਦਲਾਵ ਕਰਨ ਦੀ ਲੋੜ ਆ। ਤੇ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਵੀ ਕੋਈ ਇੰਟਰਸਪੈਕਸ਼ਨ ਕੀਤੀ ਹੋਵੇ, ਆਪਣੇ ਅੰਦਰ ਝਾਤ ਮਾਰੀ ਹੋਵੇ ਵੀ ਜਿਹੜੀਆਂ ਚੋਣਾਂ ਨੇ ਉਹ ਸਿਰ ਤੇ ਨੇ, ਤੇ ਜਿਹੜੇ ਵਿਰੋਧੀ ਧਿਰ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੀ ਜਿਹੜੇ ਨਿਸ਼ਾਨੇ ਆ ਉਹ ਕਾਂਗਰਸ ਤੇ ਲਾ ਰਹੇ ਆ। ਤਾਂ ਘੱਟੋ ਘੱਟ ਮੈਨੂੰ ਆਪਣੀ ਸ਼ੈਲੀ ਦੇ ਵਿੱਚ ਜ਼ਰੂਰ ਬਦਲਾਅ ਕਰਨਾ ਚਾਹੀਦਾ। ਸੋ ਦੇਖਦੇ ਆ ਆਉਣ ਵਾਲੇ ਦਿਨਾਂ 'ਚ ਇਹ ਸ਼ੈਲੀ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਆ ਜਾਂ ਇਸ ਦੇ ਵਿੱਚ ਵੀ ਕੋਈ ਬਦਲਾਅ ਆਉਂਦਾ। ਜੀ ਰੰਧਾਵਾ ਨਾ ਜੀ, ਨਾ, ਗੱਲ ਇੱਥੇ ਨਹੀਂ ਮੁੱਕਣੀ। ਪੁੱਛੋ ਜਾ ਕੇ ਜੋਗਿੰਦਰ ਸਿੰਘ ਗਰਾਹਾਂ ਨੂੰ, ਜਿਹੜੇ ਕਹਿੰਦੇ ਆ ਵੇਖਣ ਡਏ ਆ ਨੀਂਹ ਚਲਾ ਕੇ ਕੀ ਕਰਦੇ ਆ ਇਹ ਸਰਕਾਰ ਵਾਲੇ, ਨਹੀਂ ਤਾਂ ਆ ਗਏ ਅਸੀਂ, ਕਿਤੇ ਗਏ ਥੋੜੀ ਆ। ਇਹ ਸਾਡੇ ਮਸਲੇ ਹੱਲ ਕਰਾਏ ਬਿਨਾ ਕਿੱਦਾਂ ਸੁੱਖ ਦਾ ਸਾਹ ਲੈਣਗੇ? ਮੈਨੂੰ ਲੱਗਦਾ ਸੁੱਖ ਦਾ ਸਾਹ ਨਹੀਂ ਆਉਣਾ ਜੇ ਉਹ ਗਰਾਹਾਂ ਸਾਹਿਬ ਲੱਤ ਡਾ ਕੇ ਖਲੋ ਗਏ। ਤੁਹਾਨੂੰ ਪਤਾ ਮਾਲਵਾ ਪੱਟੀ ਦੇ ਵਿੱਚ ਉਹਨਾਂ ਕੋਲ ਬਹੁਤ ਵੱਡਾ ਵਰਕਰ ਬੇਸ ਆ, ਤੇ ਜੇਕਰ ਇੱਥੇ ਝੰਡੇ ਗੱਡੇ ਗਏ, ਇਹ ਅੰਦੋਲਨ ਇੱਧਰ ਨੂੰ ਸ਼ੁਰੂ ਹੋ ਗਿਆ, ਭੱਜਦਿਆਂ ਨੂੰ ਰਾਹ ਨਹੀਂ ਲੱਭਣੇ। ਫਿਰ ਇਹਦੇ ਤੇ ਔਖਾ ਹੈ, ਕਿਉਂਕਿ ਪੰਜਾਬ ਕੋਲ ਪੈਸਿਆਂ ਦੀ ਬਹੁਤ ਕਮੀ ਆ। ਮੈਂ ਦੇਖਦਾ ਪਿਆ ਸੀਗਾ ਬਿਜਲੀ ਨਿਗਮ ਵਾਲੇ ਵੀ ਚੀਕਾਂ ਮਾਰਦੇ ਪਏ ਆ, ਰੈਗੂਲੇਟਰੀ ਉੱਥੇ ਕੀ ਕਰ ਲਓ, ਕਿੰਨੇ ਕੁ ਲੋਕਾਂ ਦੇ ਬੋਝ ਪਾ ਦਿਓਗੇ, ਕਿਉਂਕਿ ਲੋਕਾਂ ਨੂੰ ਹੀ ਦੇ ਕੇ ਤਾਂ ਅਸੀਂ ਖਾਲੀ ਕਰ ਰਹੇ ਆ।
ਕਿਉਂਕਿ ਆਪਾਂ ਵੋਟਾਂ ਲੈਣੀਆਂ ਨਾ, ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਆ। ਤੁਸੀਂ ਰੰਧਾਵਾ ਜੀ ਦੇਖੋ, ਜਦੋਂ ਲੈਂਡਲੈਸ ਫਾਰਮਰਸ ਜਿਹੜੇ ਸੀ ਜਾਂ ਖੇਤ ਮਜ਼ਦੂਰ ਸੀ, ਉਹਨਾਂ ਨੂੰ 590 ਕਰੋੜ ਦਾ ਇੱਕ ਰਿਲੀਫ ਦਿੱਤਾ ਸੀ, ਇੱਕ ਰਿਆਇਤ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਬੁਲਾ ਕੇ ਉਹਨਾਂ ਨੂੰ ਚੈੱਕ ਵੰਡੇ ਸੀ। ਉਸ ਤੋਂ ਬਾਅਦ ਕਿਸਾਨਾਂ ਦੀ ਵੀ ਗੱਲ ਆਈ ਸੀ, ਜਿਨ੍ਹਾਂ ਉੱਤੇ 90,000 ਕਰੋੜ ਦਾ ਖਰਚਾ, ਜਿਹੜਾ ਡੈਟ ਆ ਜਾਂ ਕਰਜ਼ਾ ਉਹਨਾਂ ਤੇ ਖੜਾ ਹੈ। ਦੇਖੋ, ਉਹ ਆਮ ਆਦਮੀ ਪਾਰਟੀ ਕਹਿੰਦੀ ਹੈ ਉਹ ਹੁਣ 1.5 ਲੱਖ ਕਰੋੜ ਤੱਕ ਦਾ ਹੋ ਚੁੱਕਾ। ਇਹ ਮੁੱਦੇ, ਔਰ ਜਿਸ ਤਰ੍ਹਾਂ ਤੁਸੀਂ ਬਿਜਲੀ ਦੇ ਗੱਲ ਕੀਤੀ ਹੈ ਕਿ ਰੈਗੂਲੇਟਰੀ ਕਮਿਸ਼ਨ ਕੀ ਕਰੂਗਾ ਜਦੋਂ 2000 ਤੋਂ ਵੱਧ ਦਾ ਹੋਰ ਬੋਝ ਪੈ ਜਾਊਗਾ, ਜਦੋਂ ਤੁਸੀਂ ਕਈ ਚੀਜ਼ਾਂ ਫ੍ਰੀ ਕਰ ਦੋਗੇ, ਕਈ ਜਿਹੜੇ ਪੁਰਾਣੇ ਬਿੱਲ, ਪੈਂਡਿੰਗ ਬਿੱਲ ਆ, ਜਿਹੜੇ ਤੁਹਾਡੇ ਬਕਾਏ ਆ, ਉਹਨਾਂ ਨੂੰ ਮਾਫ ਕਰ ਦੋਗੇ, ਤਾਂ ਬੋਝ ਤਾਂ ਪਊਗਾ। ਸੋ ਲੈ ਦੇ ਕੇ ਜਦੋਂ ਆਪਾਂ ਗੱਲ ਕਰਦੇ ਆ, ਜਿਹੜਾ ਪੰਜਾਬ ਦੀ ਵਿੱਤੀ ਹਾਲਤ ਆ, ਫਾਈਨੈਂਸ਼ੀਅਲ ਜਿਹੜਾ ਸਟੇਟਸ ਆ, ਉਹ ਕੋਈ ਜ਼ਿਆਦਾ ਵਧੀਆ ਹਾਲਾਤਾਂ 'ਚ ਨਹੀਂ, ਤੇ ਫਿਰ ਕਰਜ਼ੇ ਦੀ ਗੱਲ ਉਹ ਆਪਾਂ ਵੱਖਰੀ ਕਰ ਲੈਂਦੇ ਆ। ਉਹ ਵੀ ਇੱਕ ਬਹੁਤ ਵੱਡਾ, ਕਿਉਂਕਿ ਜਿਹੜਾ ਡੈਟ ਸਰਵਿਸਿੰਗ ਰੇਸ਼ੋ ਹੀ ਜਾਂਦਾ ਸਾਡਾ, ਉਹ ਬਹੁਤ ਵੱਡਾ ਜਿਹੜਾ ਹਿੱਸਾ ਪੰਜਾਬ ਦਾ ਬਜਟ ਦਾ ਉਧਰ ਵੀ ਜਾਂਦਾ। ਲੇਕਿਨ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਆ, ਉਹ ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕਰ ਰਹੇ ਆ। ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਆ। ਜਿਸ ਮੋਰਚੇ ਨੇ ਐਡੀ ਵੱਡੀ ਜੰਗ ਜਿੱਤੀ ਹੋਵੇ, ਔਰ ਖਾਸ ਤੌਰ ਤੇ ਉਸ ਪ੍ਰਧਾਨ ਮੰਤਰੀ ਨੂੰ ਹਰਾਇਆ ਹੋਵੇ, ਇੱਕ ਤਾਂ ਜੋ ਸੋਚਦੇ ਆ ਨਰਿੰਦਰ ਮੋਦੀ ਹੁਣਾਂ ਨੂੰ, ਜਦੇ ਜੋ ਕਿਸੇ ਦੇ ਅੱਗੇ ਝੁਕਦੇ ਨਹੀਂ, ਤੇ ਇਸ ਕਰਕੇ ਉਹਨਾਂ ਦੇ ਹੌਸਲੇ ਬੁਲੰਦ ਹੋਣਾ ਤਾਂ ਮੈਨੂੰ ਲੱਗਦਾ ਬਿਲਕੁਲ ਇੱਕ ਨੈਚੁਰਲ ਆ, ਸ਼ਾਇਦ ਕੁਦਰਤੀ ਆ। ਤੇ ਉਹਨਾਂ ਨੂੰ ਹੁਣ ਸੂਬਿਆਂ ਦੇ ਨਾਲ ਜੰਗਾਂ ਲੜਨੀਆਂ ਤਾਂ ਮੈਨੂੰ ਲੱਗਦਾ ਕਿ ਬਹੁਤ ਛੋਟੀਆਂ ਜੰਗਾਂ ਰਹਿ ਗਈਆਂ, ਔਰ ਸੂਬਿਆਂ ਨੂੰ ਪਤਾ ਕਿ ਸਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਹੈ। ਚੋਣਾਂ ਬਿਲਕੁਲ ਸਿਰ ਤੇ ਖੜੀਆਂ, ਚੋਣਾਂ ਅਸੀਂ ਜਿੱਤਣੀਆਂ। ਜਿਹੜੇ ਹਜੇ ਤੱਕ ਇਹ ਦਮ ਭਰਦੇ ਰਹੇ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਜਾਂ ਹਮੈਤੀ ਆ, ਹੁਣ ਪਤਾ ਲੱਗੂ ਉਹ ਕਿੰਨੇ ਕੁ ਹਿਤੈਸ਼ੀ ਆ, ਉਹਨਾਂ ਦੇ ਹੱਕ ਦੇ ਵਿੱਚ ਕਿੰਨੇ ਕੁ ਭੁਗਤਦੇ ਆ। ਇਹੀ ਕਾਂਗਰਸ ਸਰਕਾਰ ਜਦੋਂ ਸ਼ੁਰੂ ਚ ਆਉਂਦੀ ਆ, ਪਾਰਟੀ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ 90,000 ਕਰੋੜ ਦਾ ਕਰਜ਼ਾ ਮਾਫ ਕਰਾਂਗੇ, ਤੇ ਰੰਧਾਵਾ ਜੀ ਤੁਹਾਨੂੰ ਵੀ ਪਤਾ, ਉਹ ਮੁਸ਼ਕਿਲ ਦੇ ਨਾਲ 4 ਤੋਂ ਲੈ ਕੇ 5,000 ਕਰੋੜ ਦੇ ਵਿੱਚ ਹੀ ਸਿਰਫ ਉਹਨਾਂ ਦੇ ਕਰਜ਼ੇ ਮਾਫ ਹੋਏ ਆ, ਬਾਕੀ ਦੇ ਕਰਜ਼ੇ ਉਸੇ ਤਰ੍ਹਾਂ ਖੜੇ ਆ। ਸੋ ਜਿਹੜੀਆਂ ਦਿੱਕਤਾਂ ਨੇ, ਇਹ ਤਾਂ ਸਿਰਫ ਖੇਤੀ ਕਾਨੂੰਨ ਵਾਪਸ ਲੈ ਗਏ ਆ ਕੇਂਦਰ ਸਰਕਾਰ ਵੱਲੋਂ। ਜਿਹੜੀਆਂ ਸੂਬੇ ਦੀਆਂ ਖੇਤੀਆਂ ਜਾਂ ਇਸ ਕਿਸਾਨੀ ਦੀਆਂ ਜਿਹੜੀਆਂ ਦਿੱਕਤਾਂ ਨੇ, ਮੁਸ਼ਕਲਾਂ ਨੇ, ਉਹ ਤਾਂ ਉਸੇ ਤਰ੍ਹਾਂ ਹੀ ਖੜੀਆਂ। ਉਹ ਸੂਬਿਆਂ ਨੇ ਵੀ ਹੱਲ ਕਰਨੀ ਹੈ, ਕਿਉਂਕਿ ਆਪਾਂ ਲਗਾਤਾਰ ਕਹਿੰਦੇ ਆ ਕਿ ਇਹ ਸਟੇਟ ਮਸਲੇ ਨੇ, ਇਹ ਸੂਬੇ ਦੇ ਮਸਲੇ ਨੇ, ਉਸ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਆ। ਤੇ ਫਿਰ ਮੈਨੂੰ ਲੱਗਦਾ ਜਦੋਂ ਇਹ ਮਸਲੇ ਹੱਲ ਨਹੀਂ ਹੋਣਗੇ, ਜਦੋਂ 15 ਜਨਵਰੀ ਨੂੰ ਦੁਬਾਰਾ ਬੈਠਕ ਹੋਊਗੀ, ਇਹਦੀ ਸਮੀਖਿਆ ਕੀਤੀ ਜਾਊਗੀ ਕਿ ਕੀ ਕੱਢਿਆ ਕੀ ਪਾਇਆ, ਤੇ ਫਿਰ ਮੈਨੂੰ ਲੱਗਦਾ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਪੰਜਾਬ ਦੇ ਸੂਬੇ ਨੂੰ, ਪੰਜਾਬ ਦੀ ਸਰਕਾਰ ਨੂੰ, ਕਿ ਹੋ ਸਕਦਾ ਜਿਹੜੀਆਂ ਇਹ ਤੋਪਾਂ ਉਧਰ ਨੂੰ ਵਿੱਢੀਆਂ ਸੀ, ਹੁਣ ਤੁਹਾਡੇ ਵੱਲ ਉਹਨਾਂ ਦੇ ਨਿਸ਼ਾਨੇ ਹੋ ਜਾਣ। ਫਿਰ ਇਹ ਜਿਹੜਾ ਲੋਕਤੰਤਰ ਦਾ ਫਿਰ ਇੱਕ ਵਾਰੀ ਉਹ ਆਗਾਜ਼ ਕਰਨ ਇਹਨਾਂ ਧਰਨਿਆਂ ਜਾਂ ਪ੍ਰਦਰਸ਼ਨਾਂ ਨਾਲ। ਸੋ ਚੇਤਾਵਨੀ ਉਹਨਾਂ ਨੇ ਦੇ ਦਿੱਤੀ ਆ, ਤੇ ਸਰਕਾਰ ਨੂੰ ਇਸ ਨੂੰ ਬੜੀ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ। ਦੇਖੋ ਮਨਪ੍ਰੀਤ ਜੀ, 3 ਖਬਰਾਂ ਨੇ ਔਰ ਤਿੰਨਾਂ ਨੂੰ ਆਪਸ ਵਿੱਚ ਜੋੜੇ ਬਿਨਾ ਗੁਜ਼ਾਰਾ ਨਹੀਂ। ਬੀਜੇਪੀ ਪੰਜਾਬ ਨੂੰ ਔਰ ਸਿੱਖਾਂ ਨੂੰ ਲੈ ਕੇ ਕਿਸ ਕਦਰ ਅੱਗੇ ਵੱਧ ਰਹੀ ਹੈ। ਇੱਕ ਵਿਗਿਆਪਨ ਜਿਹੜਾ ਸਾਰੀਆਂ ਅਖਬਾਰਾਂ 'ਚ ਛਪਿਆ, ਔਰ ਉਸ ਵਿਗਿਆਪਨ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਲੈ ਕੇ, ਵੈਸੇ ਗੱਲ ਤਾਂ ਵੱਡੀ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਬੜੀਆਂ ਸਰਕਾਰਾਂ ਆਈਆਂ, ਬੜੀਆਂ ਗਈਆਂ। ਪਾਕਿਸਤਾਨ ਵਾਲੇ ਪਾਸਿਓਂ ਕਈ ਸਾਲਾਂ ਤੋਂ ਕਿਹਾ ਜਾਂਦਾ ਸੀ ਕਿ ਸਾਨੂੰ ਇਤਰਾਜ਼ ਨਹੀਂ, ਅਸੀਂ ਖੋਲਣਾ ਚਾਹੁੰਦੇ ਹਾਂ ਲਾਂਘਾ, ਲੇਕਿਨ ਇਹ ਮੋਦੀ ਵੱਲੋਂ ਇੱਕ ਕੀਤਾ ਗਿਆ ਵੱਡਾ ਕੰਮ ਸੀ। ਔਰ ਜੇ ਇਹਦੇ ਨਾਲ ਤੁਸੀਂ ਬਾਕੀ ਫਹਿਰਿਸਤ ਜਿਹੜੀ ਜੋੜੀ ਗਈ ਆ ਉਸ ਇਸ਼ਤਿਹਾਰ ਦੇ ਵਿੱਚ, ਉਹਦੇ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਵਾਲਾ ਜਿਹੜਾ ਰੋਪਵੇ ਆ, ਉਹ ਵੀ ਕਹਿੰਦੇ ਕਾਫੀ ਵੱਡੀ ਅਮਾਉਂਟ ਨਾ ਬਣਨਾ, ਕੋਈ ਸੈਂਕੜੇ ਕਰੋੜਾਂ 'ਚ ਹੈ। ਜੇਕਰ ਤੁਸੀਂ GST ਗੁਰਦੁਆਰਿਆਂ ਦੀ ਮਾਫ ਕਰਨ ਦੀ ਗੱਲ ਕਰਦੇ ਹੋ, ਜਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਵਿਦੇਸ਼ੀ ਪੈਸੇ ਭੇਜਣ ਦੀ ਇੱਕ ਰੋਕ ਲੱਗੀ ਹੋਈ ਸੀ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਰਕਾਰ ਨੇ ਆਪਣੀ ਗੱਲ ਰੱਖੀ ਆ। ਇਸੇ ਮੌਕੇ ਤੇ ਮਨਾਕਸ਼ੀ ਲੇਖੀ ਜਲੰਧਰ ਦੇ ਵਿੱਚ ਜਾਂ ਇਸੇ ਖਿੱਤੇ ਦੇ ਵਿੱਚ ਆ ਕੇ ਪੰਜਾਬ ਦੇ ਆਪਣੀ ਗੱਲ ਕਹਿ ਰਹੇ ਨੇ ਵੀ ਅਸੀਂ ਕਿਸ ਤਰੀਕੇ ਨਾਲ ਅੱਗੇ ਵਧਣਾ ਹੈ। ਤਾਂ ਉਸੇ ਵੇਲੇ ਹੀ ਅਮਿਤ ਸ਼ਾਹ ਆਪਣੇ ਘਰੇਲੂ ਮੈਦਾਨ ਗੁਜਰਾਤ ਵਿੱਚ ਜਾ ਕੇ ਇਹ ਗੱਲ ਕਹਿ ਰਿਹਾ ਕਿ ਇੱਕ ਅਰਸੇ ਬਾਅਦ ਹਿੰਦੂਆਂ ਦੀ ਗੱਲ ਹੋਈ ਆ, ਹਿੰਦੂਆਂ ਨੂੰ ਬਹੁਤ ਵੱਖਰੇ ਵੱਖਰੇ ਤਰੀਕੇ ਨਾਲ ਜਿਹੜਾ ਐਡਰੈਸ ਕੀਤਾ ਜਾਂਦਾ ਰਿਹਾ, ਔਰ ਇਹ ਜ਼ਿਆਦਤੀ ਹੁੰਦੀ ਰਹੀ ਸਾਲਾਂ ਤੱਕ, ਜਿਹਨੂੰ ਅਸੀਂ ਹੁਣ ਆ ਕੇ, ਔਰ ਇਹ ਚੀਜ਼ਾਂ ਧਰਮਾਂ ਦੇ ਮਾਮਲੇ 'ਚ ਜਦੋਂ ਅੱਗੇ ਵੱਧਦੀਆਂ ਨੇ ਤਾਂ ਤੁਹਾਡੀ ਟਿੱਪਣੀ ਮੈਂ ਜ਼ਰੂਰ ਲਵਾਂਗਾ ਕਿ ਸਿੱਖਾਂ ਨੂੰ ਲੈ ਕੇ ਕੇਂਦਰ ਦੀ ਸਰਕਾਰ ਤੇ ਭਾਜਪਾ ਦੋਨੇ ਹੀ ਆਪਣੇ ਤਰੀਕੇ ਨਾਲ ਅੱਗੇ ਵੱਧ ਰਹੇ। ਤੁਸੀਂ ਯਾਦ ਕਰੋ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗਾ, ਜਿਹੜੀ ਭਾਰਤ ਦੀ ਸਰਕਾਰ ਆ ਭਾਜਪਾ, ਉਸ ਤੇ ਲਗਾਤਾਰ ਇਲਜ਼ਾਮ ਲੱਗਦੇ ਨੇ, ਤੇ ਅਕਸਰ ਉਹ ਦੋਸ਼ਾਂ 'ਚ ਘਿਰੀ ਰਹਿੰਦੀ ਹੈ ਕਿ ਉਹ ਜਿਹੜੀ ਘੱਟ ਗਿਣਤੀਆਂ ਦੇ ਲੋਕ ਆ, ਉਹਨਾਂ ਦੇ ਪ੍ਰਤੀ ਉਹਨਾਂ ਦਾ ਵਿਹਾਰ ਚੰਗਾ ਨਹੀਂ ਆ। ਉਹ ਚਾਹੇ ਕ੍ਰਿਸਚੀਅਨਸ ਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਮੁਸਲਿਮਸ ਦੇ ਮਾਮਲੇ ਦੇ ਵਿੱਚ ਹੋਵੇ। ਤੇ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ,
ਤੇ ਸਿੱਖ ਜਿਹੜਾ ਭਾਈਚਾਰਾ ਉਹ ਵੀ ਉਸੇ ਕੈਟੇਗਰੀ 'ਚ ਆ ਗਿਆ ਸੀ। ਇਹ ਗੱਲ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਮਨਜ਼ੂਰ ਨਹੀਂ ਸੀ ਕਿ ਜੇ ਸਾਡੇ ਤੇ ਇਹ ਧੱਬਾ ਲੱਗ ਗਿਆ, ਪੂਰੀ ਦੁਨੀਆ 'ਚ ਸਾਡੀ ਇਸ ਤਰ੍ਹਾਂ ਦੀ ਬੇਇੱਜ਼ਤੀ ਹੋਣੀ ਆ ਤੇ ਸਾਡੀ ਬਦਨਾਮੀ ਬਹੁਤ ਹੋਣੀ ਆ। ਲਗਾਤਾਰ ਉਸ ਭਾਈਚਾਰੇ ਨੂੰ ਇਹ ਦੇਖ ਕੇ ਉਹ ਦੇ ਆਪਣੇ ਨਾਲ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਇਹ ਭਾਈਚਾਰਾ ਸਾਡੇ ਤੋਂ ਦੂਰ ਨਾ ਹੋ ਜੇ। ਤੁਸੀਂ ਯਾਦ ਕਰੋ, ਭਾਰਤੀ ਜਨਤਾ ਪਾਰਟੀ ਹੋਵੇ ਜਾਂ ਉਹਨਾਂ ਦਾ IT ਸੈੱਲ ਹੋਵੇ, ਬਹੁਤ ਸਾਰੇ ਆਗੂ ਇਹ ਕਿਸਾਨੀ ਅੰਦੋਲਨ ਨੂੰ ਕਈ ਤਰ੍ਹਾਂ ਦੇ ਉਹਨਾਂ ਨੇ ਨਾਮ ਦਿੱਤੇ। ਇਹ ਨਹੀਂ ਕਿਹਾ ਕਿ ਇਹ ਸਿੱਖਾਂ ਦਾ ਅੰਦੋਲਨ ਹੈ, ਕਈ ਵਾਰੀ ਕਹਿਤਾ ਪੰਜਾਬ ਦਾ, ਜਾਂ ਇਸ ਤਰ੍ਹਾਂ ਭਾਈਚਾਰੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਹੁਣ ਆ ਜਾਓ ਇਸ ਗੱਲ ਤੇ। ਨਵੰਬਰ ਦੇ ਮਹੀਨੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਇੱਕ ਕਵਾਇਦ ਸ਼ੁਰੂ ਕੀਤੀ ਗਈ ਸੀ BJP ਵੱਲੋਂ ਕਿ ਆਓ ਆਪਾਂ ਉਹਨਾਂ ਦੀ ਜੀਵਨ ਤੇ ਜਾਂ ਉਹਨਾਂ ਦੇ ਸਿੱਖਿਆਵਾਂ ਤੇ ਚੱਲੀਏ। ਦਸੰਬਰ ਦੇ ਮਹੀਨੇ ਦੇ ਵਿੱਚ 8 ਦਸੰਬਰ ਤੋਂ ਲੈ ਕੇ 13 ਦਸੰਬਰ ਤੱਕ ਸੰਨ 2020 ਦੀ ਮੈਂ ਗੱਲ ਕਰ ਰਿਹਾ, 2 ਕਰੋੜ ਈਮੇਲਸ ਇੰਡੀਅਨ ਰੇਲਵੇਜ਼ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ 2 ਕਰੋੜ ਈਮੇਲਸ ਲੋਕਾਂ ਨੂੰ ਭੇਜੀਆਂ ਸੀ, ਜਿਹਦੇ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ, ਜਿਹਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਦੇਖੋ ਅਸੀਂ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਉਹ ਕਿਸ ਤਰ੍ਹਾਂ ਮਨਾਇਆ, ਅਸੀਂ 350 ਸਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਪੁਰਬ ਉਹ ਕਿਸ ਤਰ੍ਹਾਂ ਮਨਾਇਆ, ਤੇ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹ ਗੁਰਪੁਰਬ ਕਿਸ ਤਰ੍ਹਾਂ, ਇਹ ਸਾਰੇ ਜਨਮ ਦਿਹਾੜੇ ਅਸੀਂ ਉਹਨਾਂ ਦੇ ਮਨਾਏ ਆ ਜੀ। ਤੇ ਇਸੇ ਕਵਾਇਦ ਨੂੰ ਅੱਗੇ ਜਾਰੀ ਰੱਖ ਕੇ ਫਿਰ ਇੱਕ 42 ਪੰਨਿਆਂ ਦੀ ਬੁਕਲੈਟ ਨਿਕਲਦੀ ਆ, ਉਹਦੇ ਵਿੱਚ ਵੀ ਇਹ ਸਾਰੀਆਂ ਗੱਲਾਂ ਲਿਖੀਆਂ ਗਈਆਂ। ਜਿਹੜੀ ਤੁਸੀਂ GST ਦੀ ਗੱਲ, ਹਾਂ, ਜਿਹੜੀ ਇਹ ਕਿਤਾਬ 'ਚ ਹੈ ਨਾ, ਇਹੀ ਈਮੇਲ ਦੇ ਵਿੱਚ ਭੇਜਿਆ ਜਾ ਰਿਹਾ ਸੀ, ਇਹੀ ਜਿਹਦੇ ਵਿੱਚ ਸਿੱਖਾਂ ਪ੍ਰਤੀ ਸਰਕਾਰ ਦਾ ਔਰ ਸਿੱਖਾਂ ਦੀਆਂ ਕੁਰਬਾਨੀ ਕਈ ਕੁਝ ਉਹਦੇ ਵਿੱਚ ਹੈਗਾ, ਔਰ ਇਹ ਸੱਚੀ ਹੈ ਕਿ ਕਵਾਇਦ ਪੁਰਾਣੀ ਜੀ ਜੀ ਬਿਲਕੁਲ ਇਹ ਲਗਾਤਾਰ ਚੱਲ ਰਹੀ ਹੈ ਜੀ। ਫਿਰ ਜਨਵਰੀ ਦੇ ਮਹੀਨੇ ਦੇ ਵਿੱਚ 42 ਪੰਨਿਆਂ ਦੀ ਇੱਕ ਹੋਰ ਬੁਕਲੈਟ ਆਉਂਦੀ ਹੈ, ਉਹਦੇ ਵਿੱਚ ਵੀ ਇਹੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਸਿੱਖ ਭਾਈਚਾਰੇ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮਨਮੁਟਾਵ ਨਹੀਂ। ਤੁਸੀਂ ਇੱਕ ਚੀਜ਼ ਹੋਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਹੀ RSS ਦੀ ਇੱਕ ਹੋਰ ਭਾਈਵਾਲ ਆਰਗੇਨਾਈਜੇਸ਼ਨ ਆ, ਰਾਸ਼ਟਰੀ ਸਿੱਖ ਸੰਗਤ, ਉਹ ਵੀ ਇਸ 'ਚ ਆਪਣੀ ਪੂਰੀ ਜਿਹੜੀ ਆ ਉਹ ਰੋਲ ਨਿਭਾਉਂਦੀ ਆ। ਉਹ ਤਾਂ ਕਈ ਵਾਰੀ ਇਹ ਵੀ ਕਹਿੰਦੀ ਹੈ ਕਿ ਸਿੱਖ ਭਾਈਚਾਰਾ ਸਾਡੇ 'ਚੋਂ ਹੀ ਇੱਕ ਆ। ਸੋ ਕਹਿਣ ਦਾ ਮਤਲਬ ਆ ਕਿ ਉਹ ਭਾਈਚਾਰਾ ਜਿਹੜਾ ਹਮੇਸ਼ਾ ਜੁੜਿਆ ਰਿਹਾ ਸੀ, ਕਿਉਂਕਿ ਕਾਂਗਰਸ ਤੇ ਬੜੇ ਇਲਜ਼ਾਮ ਲੱਗੇ ਸੀ, ਖਾਸ ਤੌਰ ਤੇ ਕਾਂਗਰਸ ਦਾ 1984 ਤੋਂ ਬਾਅਦ ਇਸ ਤਰ੍ਹਾਂ ਲੱਗਦਾ ਸੀ ਸ਼ਾਇਦ ਉਹ ਸਿੱਖ ਵਿਰੋਧੀ ਆ। ਹੌਲੀ ਹੌਲੀ ਸਮਾਂ ਪੈਣ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਖਤਮ ਹੋਣ ਲੱਗੀਆਂ ਸੀ, ਲੇਕਿਨ ਭਾਜਪਾ ਹਮੇਸ਼ਾ ਹੀ ਆਪਣੇ ਆਪ ਨੂੰ ਸਿੱਖ ਪੱਖੀ ਦੱਸਦੀ ਸੀ, ਸਿੱਖ ਭਾਈਚਾਰੇ ਪੱਖੀ ਦੱਸਦੀ ਸੀ, ਉਹਨਾਂ ਦੇ ਦੁੱਖ ਦਰਦ ਨੂੰ ਸਮਝਦੀ। ਔਰ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ, ਇਸੇ ਬੁਕਲੈਟ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ 1984 ਦੇ ਜਿਹੜੇ ਵੀ ਲੋਕੀ ਇਹਦੇ ਵਿੱਚ ਸ਼ਾਮਿਲ ਸੀ ਜਾਂ ਜਿਨ੍ਹਾਂ ਉੱਤੇ ਦੋਸ਼ੀ, ਅਸੀਂ ਉਹਨਾਂ ਨੂੰ ਵੀ ਸਜ਼ਾਵਾਂ ਦਿਵਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ, ਜਿੰਨੇ ਕੇਸ ਸੀ ਉਹਨਾਂ ਨੂੰ ਐਕਸਪੀਡਾਈਟ ਕਰਾਉਣ ਦੀ ਕੋਸ਼ਿਸ਼ ਕੀਤੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਲਗਾਤਾਰ ਕਵਾਇਦ ਜਾਰੀ ਹੈ। ਇੱਕ ਚੀਜ਼ ਮੈਂ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਜ਼ਰੂਰ ਦੱਸਦਾ ਕਿ ਜਦੋਂ ਪ੍ਰਧਾਨ ਮੰਤਰੀ ਐਲਾਨ ਕਰਦੇ ਨੇ 19 ਨਵੰਬਰ ਨੂੰ, ਉਸ ਦਿਨ ਵੀ ਰੰਧਾਵਾ ਜੀ ਗੁਰਪੁਰਬ ਵਾਲਾ ਦਿਨ ਸੀ, ਬੜਾ ਸੋਚ ਸਮਝ ਕੇ ਦਿਨ ਉਹ ਚੁਣਿਆ ਗਿਆ ਸੀ ਤਾਂ ਕਿ ਜੇ ਕਿਤੇ ਸਿੱਖ ਭਾਈਚਾਰਾ ਦੂਰ ਚਲਿਆ ਗਿਆ, ਉਹਨਾਂ ਨਾਲ ਦੁਬਾਰਾ ਰਾਬਤਾ ਕਾਇਮ ਕਰਿਆ ਜਾਵੇ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੇ ਇਹ ਜਿਹੜਾ ਕਿਸਾਨੀ ਅੰਦੋਲਨ ਵਿੱਢਿਆ ਸੀ ਜਾਂ ਪੰਜਾਬ ਨੇ ਉਸ ਦੀ ਸ਼ੁਰੂਆਤ ਕੀਤੀ ਸੀ, ਉਹਦੇ ਵਿੱਚ ਬਹੁਤ ਸਾਰਾ ਸਿੱਖ ਭਾਈਚਾਰਾ ਕਿਸਾਨੀ ਦੇ ਵਿੱਚ ਆ, ਤੇ ਕਿਤੇ ਨਾ ਕਿਤੇ ਵਿਦੇਸ਼ਾਂ 'ਚ ਵੀ ਬੈਠੇ ਸਿੱਖ ਸੀ, ਉਹ ਇਸ ਗੱਲ ਤੋਂ ਨਾਰਾਜ਼ ਸੀ ਕਿ ਨਰਿੰਦਰ ਮੋਦੀ ਹੋਣੀ ਇਹਨਾਂ ਲੋਕਾਂ ਦੀ ਗੱਲ ਸੁਣਦੇ ਕਿਉਂ ਨਹੀਂ। ਸੋ ਇਸੇ ਮੱਦੇਨਜ਼ਰ ਉਹ ਚੀਜ਼ ਆ। ਅਗਲੀ ਗੱਲ ਤੁਸੀਂ ਅਮਿਤ ਸ਼ਾਹ ਹੋਣਾ ਦੀ ਕੀਤੀ, ਮੀਨਾਕਸ਼ੀ ਲੇਖੀ ਹੋਣਾ ਦੀ ਕੀਤੀ। ਦੇਖੋ, ਜਦੋਂ ਤੋਂ ਇਹ ਕਾਨੂੰਨ ਵਾਪਸ ਹੋਇਆ, ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਹੁਣ ਜਿਹੜਾ ਉਹ ਸਾਡੀ ਸ਼ਾਇਦ ਚੋਣਾਂ ਦੇ ਵਿੱਚ ਗੱਲ ਬਣ ਸਕਦੀ ਹੈ। ਇੱਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਮੈਨੂੰ ਨਹੀਂ ਲੱਗਦਾ ਕਿ ਰਾਤੋਂ ਰਾਤ ਲੋਕਾਂ ਦੇ ਦਿਲ ਪਰਿਵਰਤਨ ਹੋ ਜਾਣੇ ਆ। ਜਿੱਥੇ 8 ਦਸੰਬਰ ਤੱਕ 714 ਕਿਸਾਨਾਂ ਦੀ ਸ਼ਹਾਦਤ ਹੋਈ ਆ ਜਾਂ ਉਹਨਾਂ ਦੀਆਂ ਮੌਤਾਂ ਹੋਈਆਂ ਜਿਨ੍ਹਾਂ ਹਾਲਾਤਾਂ ਦੇ ਵਿੱਚ, ਉਸ ਨੂੰ ਵੀ ਭਾਰਤੀ ਜਨਤਾ ਪਾਰਟੀ ਨੂੰ ਸੋਚਣਾ ਪਊਗਾ ਕਿ ਕਿਤੇ ਨਾ ਕਿਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸੀ। ਹਾਂ, ਇੱਕ ਗੱਲ ਜ਼ਰੂਰ ਸੌਖੀ ਹੋ ਜਾਊਗੀ, ਹੁਣ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ, ਪੰਜਾਬ ਦੇ ਵਿੱਚ ਸ਼ਾਇਦ ਇਹਨਾਂ ਦੇ ਲੀਡਰਾਂ ਨੂੰ ਜਾਣਾ, ਆਪਣੀ ਕੈਂਪੇਨ ਕਰਨੀ, ਆਪਣਾ ਚੋਣ ਪ੍ਰਚਾਰ ਕਰਨਾ ਸੌਖਾ ਹੋ ਜਾਊਗਾ। ਜਿਹੜੇ ਝੰਡੇ ਲੈ ਕੇ ਪਹੁੰਚ ਜਾਂਦੇ ਕਿ ਤੁਸੀਂ ਸਾਡੇ ਪਿੰਡ ਨਹੀਂ ਵੜਨਾ, ਸਾਡੇ ਹਲਕੇ 'ਚ ਨਹੀਂ ਵੜਨਾ, ਸਾਡੇ ਇਲਾਕੇ 'ਚ ਨਹੀਂ ਵੜਨਾ, ਸ਼ਾਇਦ ਉੱਥੇ ਜਾ ਕੇ ਇਹਨਾਂ ਦਾ ਕੰਮ ਸੌਖਾ ਜ਼ਰੂਰ ਹੋ ਜਾਊਗਾ। ਸੋ ਜਦੋਂ ਮੀਨਾਕਸ਼ੀ ਲਿਖੀ, ਜਿਹੜੇ ਇਸ ਟਾਈਮ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਟੇਟ ਮਿਨਿਸਟਰ ਨੇ, ਉਹ ਆਉਂਦੇ ਨੇ, ਮਨੋਰੰਜਨ ਕਾਲੀਆ ਵੀ ਨਾਲ ਬੈਠੇ ਹੋਏ ਦਿਖਾਈ ਦਿੰਦੇ ਨੇ। ਠੀਕ ਹੈ, ਉਹਨਾਂ ਦੀਆਂ ਕੋਸ਼ਿਸ਼ਾਂ, ਉਹ ਦਾਅਵੇ ਬੜੇ ਕਰ ਸਕਦੇ ਨੇ, ਲੇਕਿਨ ਆਉਣ ਵਾਲਾ ਸਮਾਂ ਕੋਈ ਭਾਰਤੀ ਜਨਤਾ ਪਾਰਟੀ ਲਈ ਸੌਖਾ ਨਹੀਂ ਆ, ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ। ਜਿਸ ਤੱਕ ਅਮਿਤ ਸ਼ਾਹ ਦੀ ਜੀ, ਤੇ ਜਿੱਥੇ ਤੱਕ ਤੁਸੀਂ ਅਮਿਤ ਸ਼ਾਹ ਦੀ ਗੱਲ ਕੀਤੀ ਆ, ਜਿਹੜੇ ਕਹਿੰਦੇ ਆ ਕਿ ਪਹਿਲਾਂ ਮੰਦਿਰਾਂ ਦੇ ਵਿੱਚ ਜਾਣਾ ਸੌਖਾ ਨਹੀਂ ਸੀ ਜਾਂ ਹਿੰਦੂ ਧਰਮ ਉਸ ਹਿਸਾਬ ਦੇ ਨਾਲ ਖੁੱਲ੍ਹ ਨਹੀਂ ਸੀ। ਰੰਧਾਵਾ ਜੀ, ਤੁਸੀਂ ਜਿਸ ਸ਼ਹਿਰ 'ਚ ਆਉਂਦੇ ਹੋ, ਤੁਸੀਂ ਦੇਖੋ ਸ਼੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ,
ਤੇ ਦੁਰਗਿਆਣਾ ਟੈਂਪਲ। ਮੈਨੂੰ ਲੱਗਦਾ ਕੋਈ ਇਹੋ ਜਿਹਾ VIP ਨਹੀਂ ਜਿਹੜਾ ਦੋਨਾਂ ਸਥਾਨਾਂ ਤੇ ਨਹੀਂ ਜਾਂਦਾ। ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਕੇਰਲ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਇਹੋ ਜਿਹੀਆਂ ਥਾਵਾਂ, ਕੇਰਲ ਦੇ ਵਿੱਚ ਤਿਰਵੰਤਪੁਰਮ ਦੇ ਵਿੱਚ ਪਾਲੇਮ ਇੱਕ ਜਗ੍ਹਾ ਜਿੱਥੇ ਇੱਕ ਮਸਜਿਦ, ਇੱਕ ਚਰਚ, ਇੱਕ ਮੰਦਿਰ ਬਿਲਕੁਲ ਸਾਂਝੀਆਂ ਉਹਨਾਂ ਦੀ ਦੀਵਾਰਾਂ, ਔਰ 200 ਸਾਲ ਤੋਂ ਜਿਹੜੀ ਇਹ ਰਵਾਇਤ ਆ ਉੱਥੇ ਬਿਲਕੁਲ ਚੱਲ ਰਹੀ ਆ। ਉੱਥੇ ਕਦੇ ਧਰਮ ਦਾ ਇਹ ਮੁੱਦਾ ਨਹੀਂ ਬਣਿਆ। ਇਹ ਮੁੱਦੇ ਇਸ ਵੇਲੇ ਉਠਾਉਣਾ, ਖਾਸ ਤੌਰ ਤੇ ਚੋਣਾਂ ਵੇਲੇ ਉਠਾਉਣਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਸਿਆਸੀ ਮਜਬੂਰੀ ਨਾ ਹੋਵੇ ਭਾਰਤੀ ਜਨਤਾ ਪਾਰਟੀ ਦੀ, ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਲੱਗਿਆ ਨਹੀਂ ਕਿ ਕਿਸੇ ਤਰ੍ਹਾਂ ਅਸੀਂ ਇਨਫੀਰੀਅਰ ਆ ਜਾਂ ਸਾਨੂੰ ਧਰਮ ਮੰਨਣ ਦੇ ਵਿੱਚ, ਔਰ ਖਾਸ ਤੌਰ ਤੇ ਉਹ ਜਿਹੜੀ ਇੱਕ ਜਮਾਤ ਆ ਜਾਂ ਉਹ ਭਾਈਚਾਰਾ ਜਿਹੜਾ ਬਹੁ ਗਿਣਤੀ ਦੇ ਵਿੱਚ ਹੋਵੇ, ਜਿਹੜਾ 83% ਇਸ ਭਾਰਤ ਦੇ ਵਿੱਚ ਹੋਵੇ, ਜੇ ਉਹਨੂੰ ਇਸ ਤਰ੍ਹਾਂ ਦਾ ਡਰ ਦਿਖਾਉਣਾ ਤੇ ਫਿਰ ਇਸ ਪਿੱਛੇ ਕੋਈ ਨਾ ਕੋਈ ਸਿਆਸਤ ਜ਼ਰੂਰ ਲੱਗਦੀ ਹੈ। ਜੀ ਰੰਧਾਵਾ ਜੀ। ਬਿਲਕੁਲ ਠੀਕ ਹੈ। ਜਿੱਥੋਂ ਤੱਕ ਸਿੱਖਾਂ ਨਾਲ ਸੰਬੰਧਿਤ ਸਵਾਲ ਨੇ, ਉਹ ਤਾਂ ਮੁੱਢਲੇ ਦੌਰ 'ਚ ਇੰਦਰਾ ਗਾਂਧੀ ਵੀ ਪ੍ਰੋ ਸਿੱਖ ਹੀ ਲੱਗਦੀ ਹੁੰਦੀ ਸੀ, ਤੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਸਿੱਖਾਂ ਪ੍ਰਤੀ ਹੇਜ ਜਤਾ ਰਹੀ ਹੈ, ਇਹਦੇ ਨਤੀਜਿਆਂ ਤੱਕ ਜਾਣਾ ਪਊਗਾ ਵੀ ਕਿੱਥੋਂ ਤੱਕ ਜਾ ਕੇ ਕੋਈ ਹੈਲਪ ਹੁੰਦੀ ਆ, ਜਾਂ ਸਿਰਫ ਮਗਰਮੱਛ ਦੇ ਹੰਝੂ ਹੀ ਹੈ ਕਿ ਨਹੀਂ ਆਪਣੇ ਆਪ ਨੂੰ ਕਿਸੇ ਖਾਸ ਧਾਰਾ 'ਚ ਵਹਿੰਦਾ ਨਾ ਵਿਖਾਈਏ। ਘੱਟ ਗਿਣਤੀਆਂ ਪ੍ਰਤੀ ਸੁਹਿਰਦਤਾ ਬਾਕੀ ਆ, ਜੇ ਇਸ ਤਰ੍ਹਾਂ ਦੀ ਕਵਾਇਦ ਵੀ ਹੋ ਸਕਦੀ ਹੈ। ਖੈਰ, ਜੇ ਕੋਈ ਚੰਗਾ ਕਦਮ ਹੋ ਰਿਹਾ ਉਹਨੂੰ ਵੈਲਕਮ ਕਰਨਾ ਬਣਦਾ ਹੈ। ਸੰਕੀਰਨਤਾ ਜਾਂ ਨਾ ਪੱਖੀ ਨਕਾਰਾਤਮਕਤਾ ਛੱਡਣੀ ਤਾਂ ਪਊਗੀ ਦੇਰ ਸਵੇਰ, ਛੱਡੇ ਬਿਨਾਂ ਗੁਜ਼ਾਰਾ ਨਹੀਂ। ਪਰ ਪੈਨੀ ਨਜ਼ਰ ਬਣਾ ਕੇ ਰੱਖਣੀ ਵੀ ਉਹਨਾਂ ਸਿਆਸੀ ਸਮਾਜਿਕ ਕਾਰਕੁਨਾਂ ਦੀ ਡਿਊਟੀ ਹੁੰਦੀ ਹੈ ਜਿਹੜੇ ਸਿਆਸਤਾਂ ਦੇ ਉੱਤੇ ਟਿੱਪਣੀਆਂ ਕਰਦੇ ਆ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।